ਸਤਿ ਸ਼੍ਰੀ ਅਕਾਲ ਸਟੂਡੈਂਟਸ, ਫਤਿਹ ਐਡੂਕॉम ਤੇ ਤੁਹਾਡਾ ਸਵਾਗਤ ਹੈ। ਸੋ ਅਸੀਂ ਇੰਡਸਟਰੀਅਲ ਲਾਸ ਕਰ ਰਹੇ ਹਾਂ, ਸੀਨੀਅਰ ਇੰਡਸਟਰੀਅਲ ਡਿਵੈਲਪਮੈਂਟ ਆਫਿਸਰ ਦਾ ਜਿਹੜਾ ਸੀਰੀਜ਼ ਹੈ ਉਹਦੇ ਵਿੱਚ, ਔਰ ਇਹਦੇ ਵਿੱਚ ਅਸੀਂ ਫੈਕਟਰੀਜ਼ ਐਕਟ ਅੱਜ ਕਵਰ ਕਰਾਂਗੇ 1948 ਦਾ, ਔਰ ਇਹਦੇ ਵਿੱਚ ਜੋ ਅਮੈਂਡਮੈਂਟਸ ਹੋਈਆਂ ਉਹਨਾਂ ਨੂੰ ਵੀ ਕਵਰ ਕਰਾਂਗੇ। ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿੰਨੇ ਵੀ ਅਸੀਂ ਐਕਟਸ ਕੀਤੇ ਆ ਸਭ ਤੋਂ ਲੈਂਥੀ ਐਕਟ ਇਹੀ ਹੈ ਔਰ ਇੰਪੋਰਟੈਂਟ ਵੀ ਬਹੁਤ ਹੈ, बहुत क्वेश्चंस बन सकते हैं ये। तो चलो स्टार्ट करते हैं, और प्लीज़ चैनल में सपोर्ट करने लिए ज्वाइन ज़रूर करो, सबसक्राइब करो जो नवे स्टूडेंट्स ने, और वीडियो अच्छी लग रही है, बेनिफिट हो रहा है तो लाइक ज़रूर कराया करो, तो कॉमेंट भी कर दिया करो कभी कदाई। तो चलो स्टार्ट करते हैं। सब तो पहला ऑब्जेक्टिव की है एक्ट का या स्कोप की है। सो ये एक तो सेफ्टी मेजर्स प्रोवाइड करना, वर्कर्स की हैल्थ उन्होंने वैलफेयर में प्रमोट करना। दूसरी गल जो विमेन तो यंग चिल्ड्रन ने, जिहदे विच चिल्ड्रन तो अडोलसेंट्स दोवें ही आ जाते हैं, ਉਹਨਾਂ ਦੀ ਐਮਪਲੋਇਮੈਂਟ ਰਿਗਾਰਡਿੰਗ ਜਿਹੜਾ ਪ੍ਰੋਵੀਜ਼ਨਸ ਬਣਾਉਣਾ ਵਿਦ ਐਨੂਅਲ ਲੀਵਸ ਐਂਡ ਵੇਜਿਸ ਔਰ ਸਾਰਾ ਕੁਛ ਉਹੀ। ਦੈਨ ਉਸ ਤੋਂ ਬਾਅਦ ਇਹ ਐਕਟ ਜਿਹੜਾ ਜੰਮੂ ਕਸ਼ਮੀਰ 'ਚ ਵੀ ਇੰਪਲੀਮੈਂਟ ਹੁੰਦਾ, ਅਤੇ ਜਿੰਨੇ ਵੀ ਮੈਨੂਫੈਕਚਰਿੰਗ ਪ੍ਰੋਸੈਸਿਸ ਆ, ਇਸਟੈਬਲਿਸ਼ਮੈਂਟਸ ਆ, ਉਹਨਾਂ ਨੂੰ ਕਵਰ ਕਰਦਾ, ਜਿਹੜੇ ਕਿ ਫੈਕਟਰੀ ਦੀ ਡੈਫੀਨੇਸ਼ਨ ਦੇ ਅੰਡਰ ਆਉਂਦੇ ਨੇ ਐਜ਼ ਡਿਫਾਈਨਡ ਅੰਡਰ ਸੈਕਸ਼ਨ 2M। ਹੁਣੇ ਆਪਾਂ ਕਰਾਂਗੇ ਕਿ ਫੈਕਟਰੀ ਦੀ ਡੈਫੀਨੇਸ਼ਨ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਨੇ, ਠੀਕ ਹੈ। ਸੋ ਉਹ ਸੈਕਸ਼ਨ 2M ਦੇ ਅੰਡਰ ਹੈ, ਔਰ ਉਹਨਾਂ ਦੇ ਉੱਤੇ ਇਹ ਐਕਟ ਜਿਹੜਾ ਇੰਪਲੀਮੈਂਟ ਹੋਏਗਾ। Unless otherwise provided, it is also applicable to factories belonging to central and state governments as per section 116। ਹੁਣ ਇੰਪੋਰਟੈਂਟ ਡੈਫੀਨੇਸ਼ਨਸ ਦੇਖਦੇ ਹਾਂ। ਸਭ ਤੋਂ ਪਹਿਲਾਂ ਅਡਲਟ ਕੌਣ ਹੈ, ਜਿਹੜਾ ਕਿ ਆਪਣਾ 18 ਸਾਲ ਦੀ ਉਮਰ ਕੰਪਲੀਟ ਕਰ ਚੁੱਕਾ ਹੈ ਅੰਡਰ ਸੈਕਸ਼ਨ 2A। ਅਡੋਲਸੈਂਟ ਕੌਣ ਹੈ, ਜਿਹੜਾ 15 ਸਾਲ ਦੀ ਏਜ ਕੰਪਲੀਟ ਕਰ ਚੁੱਕਾ ਹੈ ਬਟ 18 ਸਾਲ ਤੋਂ ਹਜੇ ਨਹੀਂ ਟੱਪਿਆ, ਮਤਲਬ 15 ਤੇ 18 ਦੇ ਵਿਚਕਾਰ ਜਿਹੜੇ ਹੈ ਉਹਨਾਂ ਨੂੰ ਅਡੋਲਸੈਂਟ ਕਹਿੰਦੇ ਆ ਐਜ਼ ਪਰ ਸੈਕਸ਼ਨ 2B। ਤੇ ਚਾਈਲਡ ਕੌਣ ਹੈ, ਜਿਹਨੇ ਹਜੇ ਤੱਕ 15 ਸਾਲ ਦੀ ਏਜ ਜਿਹੜੀ ਹੈ ਕੰਪਲੀਟ ਨਹੀਂ ਕੀਤੀ ਹੈ ਐਜ਼ ਪਰ ਸੈਕਸ਼ਨ 2C। ਕੰਪੀਟੈਂਟ ਪਰਸਨ ਹੁਣ ਇਹਦੇ ਵਿੱਚ ਆਪਾਂ ਡੈਫੀਨੇਸ਼ਨਸ ਉਹਦੀਆਂ ਹੀ ਕਰਦੇ ਹਾਂ ਜੋ ਬਾਰ-ਬਾਰ ਰਿਪੀਟ ਹੁੰਦੇ ਆ, ਠੀਕ ਹੈ। ਸੋ ਕੰਪੀਟੈਂਟ ਪਰਸਨ ਕੋਈ ਪਰਸਨ ਵੀ ਹੋ ਸਕਦਾ, ਕੋਈ ਇੰਸਟੀਟਿਊਸ਼ਨ ਵੀ ਹੋ ਸਕਦਾ, ਜਿਹਨੂੰ ਚੀਫ ਇੰਸਪੈਕਟਰ ਜਿਹੜਾ ਆ ਉਹ ਮਤਲਬ ਰੈਕੋਗਨਾਈਜ਼ ਕਰਦਾ ਹੈ ਕਿ ਉਹ ਜਿੰਨੇ ਵੀ ਜੋ ਵੀ ਟੈਸਟ ਜਾਂ ਜੋ ਐਗਜ਼ਾਮੀਨੇਸ਼ਨ ਜਾਂ ਇੰਸਪੈਕਸ਼ਨਸ ਜੋ ਫੈਕਟਰੀਜ਼ ਦੇ ਵਿੱਚ ਹੁੰਦੀਆਂ ਆ ਕਿ ਹਾਂ ਵੀ ਫਲਾਣੀ ਫੈਕਟਰੀ ਦੇ ਵਿੱਚ ਪ੍ਰੋਪਰ ਗਾਈਡਲਾਈਨਸ ਫੋਲੋ ਹੋ ਰਹੀਆਂ, ਪ੍ਰੋਪਰ ਸੇਫਟੀ ਮੇਜਰਸ ਜਿਹੜੇ ਆ ਅਡੋਪਟ ਕੀਤੇ ਜਾ ਰਹੇ ਨੇ। ਸੋ ਇਹ ਉਹਦਾ ਪਰਪਸ ਹੁੰਦਾ ਆ। ਇਹਦੇ ਲਈ ਦੇਖਿਆ ਜਾਂਦਾ ਹੈ ਕਿ ਉਹ ਪਰਸਨ ਦੀ ਐਡਿਕੁਏਟ ਕੁਆਲੀਫਿਕੇਸ਼ਨ, ਉਹਦਾ ਐਕਸਪੀਰੀਅੰਸ ਹੈਗਾ ਆ, ਜਾਂ ਉਹ ਕੀ ਫੈਸਿਲਿਟੀਜ਼ ਪ੍ਰੋਵਾਈਡ ਕਰੇਗਾ, ਅਤੇ ਜੇ ਉਹ ਕਿਸੇ ਇੰਸਟੀਟਿਊਸ਼ਨ ਨੂੰ ਬਿਲੋਂਗ ਕਰਦਾ ਅਤੇ ਉਹਦਾ ਇੰਸਟੀਟਿਊਸ਼ਨ ਕਿਸ ਤਰ੍ਹਾਂ ਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਦਾ, ਫਿਰ ਉਹਦੀ ਕੁਆਲੀਫਿਕੇਸ਼ਨ ਐਕਸਪੀਰੀਅੰਸ ਕੀ ਹੈ। ਅਤੇ ਜਾਂ ਫਿਰ ਉਹ ਕੋਈ ਵੀ ਇੱਕ ਪਰਸਨ ਵੀ ਹੋ ਸਕਦਾ, ਇੱਕ ਤੋਂ ਜ਼ਿਆਦਾ ਵੀ ਹੋ ਸਕਦਾ, ਕੋਈ ਇੰਸਟੀਟਿਊਸ਼ਨ ਵੀ ਹੋ ਸਕਦਾ ਆ, ਵਿਦ ਰਿਗਾਰਡ ਟੂ ਕਿ ਉਹ ਜਿਹੜਾ ਆ ਜੋ ਵੀ ਟੈਸਟ ਰਿਕੁਆਇਰਡ ਟੈਸਟ, ਜੋ ਵੀ ਰਿਕੁਆਇਰਡ ਐਗਜ਼ਾਮੀਨੇਸ਼ਨਸ ਇੰਸਪੈਕਸ਼ਨਸ ਚਾਹੀਦੀਆਂ ਹੋਣਗੀਆਂ ਉਹ ਕੰਡਕਟ ਕਰੇ, ਠੀਕ ਹੈ, ਫੈਕਟਰੀ ਇਨ ਰਿਲੇਸ਼ਨ ਟੂ ਅ ਫੈਕਟਰੀ। ਇਹ ਆਉਂਦਾ ਆ ਅੰਡਰ ਸੈਕਸ਼ਨ 2CA। ਹਾਜ਼ਰਡਸ ਪ੍ਰੋਸੈਸ ਉਹ ਵਾਲੇ ਪ੍ਰੋਸੈਸ ਹੈ ਜਿਹੜੇ ਫੈਕਟਰੀਜ਼ ਐਕਟ 1948 ਦੇ ਫਸਟ ਸ਼ੈਡਿਊਲ ਦੇ ਵਿੱਚ ਮੈਂਸ਼ਨ ਕੀਤੇ ਹੋਏ ਆ, ਜਿਨ੍ਹਾਂ ਨੂੰ ਕਰਨ ਲਈ ਇੱਕ ਸਪੈਸੀਫਿਕ ਕਹਿ ਲਓ ਜਾਂ ਸਪੈਸ਼ਲ ਕੇਅਰ ਜਿਹੜੀ ਆ ਉਹ ਲੈਣੀ ਪੈਂਦੀ ਹੈ, ਅਡੋਪਟ ਕਰਨੀ ਪੈਂਦੀ ਹੈ। ਇਹਦੇ ਵਿੱਚ ਉਹ ਐਕਟੀਵਿਟੀਜ਼ ਜਾਂ ਉਹ ਪ੍ਰੋਸੈਸ ਆਉਂਦਾ ਹੈ ਜਿਹਦੇ ਵਿੱਚ ਆਪਾਂ ਰॉ ਮਟੀਰੀਅਲਸ ਜਾਂ ਇੰਟਰਮੀਡੀਏਟ ਪ੍ਰੋਡਕਟਸ, ਫਿਨਿਸ਼ ਪ੍ਰੋਡਕਟਸ ਜਾਂ ਬਾਈ ਪ੍ਰੋਡਕਟਸ ਵਗੈਰਾ ਯੂਜ਼ ਕਰਦੇ ਹਾਂ, ਜਿਨ੍ਹਾਂ ਨਾਲ ਜਿਹੜੀ ਹੈਲਥ ਹੈ ਪਰਸਨ ਦੀ, ਜੋ ਉਹਦੇ ਨਾਲ ਕਨੈਕਟਡ ਹੁੰਦਾ ਉਹਨੂੰ ਅਫੈਕਟ ਕਰੇ, ਠੀਕ ਹੈ। ਦੈਨ ਉਸ ਤੋਂ ਬਾਅਦ ਜਨਰਲ ਐਨਵਾਇਰਨਮੈਂਟ ਜਿਹੜਾ ਆ ਉਹਨੂੰ ਪੋਲਿਊਟ ਕਰੇ, ਰਾਈਟ। ਦੈਨ ਉਸ ਤੋਂ ਇਲਾਵਾ ਸਟੇਟ ਗਵਰਨਮੈਂਟ ਜਿਹੜੀ ਆ ਓਫੀਸ਼ੀਅਲ ਗਜ਼ਟ ਦੇ ਵਿੱਚ ਇਹਨੂੰ ਬਾਈ ਨੋਟੀਫਿਕੇਸ਼ਨ ਡਿਕਲੇਅਰ ਕਰ ਸਕਦੀ ਹੈ ਕਿ ਫਸਟ ਸ਼ੈਡਿਊਲ ਦੇ ਵਿੱਚ ਆਹ ਚੀਜ਼ਾਂ ਜਾਂ ਆਹ ਪ੍ਰੋਸੈਸ ਜਿਹੜੇ ਆ ਆਉਂਦੇ ਆ ਜਾਂ ਨਹੀਂ ਆਉਂਦੇ, ਠੀਕ ਹੈ। ਰਿਪੀਲ ਵੀ ਕਰ ਸਕਦੀ ਹੈ, ਐਡ ਵੀ ਕਰ ਸਕਦੀ ਹੈ ਅੰਡਰ ਸੈਕਸ਼ਨ 2CB। ਫੈਕਟਰੀ ਦੀ ਡੈਫੀਨੇਸ਼ਨ ਕੀ ਹੈ? ਇਟ ਇਨਕਲੂਡਸ ਐਨੀ ਪ੍ਰੈਮਿਸਿਸ ਇਨਕਲੂਡਿੰਗ ਦ ਪ੍ਰੀਸਿੰਕਟਸ ਦੇਅਰ ਆਫ। ਪ੍ਰੀਸਿੰਕਟਸ ਕੀ ਹੁੰਦਾ, ਇਹਦੀ ਡੈਫੀਨੇਸ਼ਨ ਵੀ ਪੁੱਛ ਸਕਦੇ ਵੀ ਇਹਨੂੰ ਕੀ ਕਹਿੰਦੇ ਆ। ਇਹ ਹੁੰਦਾ, ਤੁਸੀਂ ਲਿਖ ਲਓ, ਸਪੇਸ ਇਨਕਲੋਜ਼ਡ ਬਾਏ ਵਾਲਸ, ਠੀਕ ਹੈ। ਮਤਲਬ ਕੋਈ ਵੀ ਸਪੇਸ ਹੈ ਜਿਹਦੇ ਆਲੇ ਦੁਆਲੇ ਕੰਧਾਂ ਹੋਈਆਂ ਹੋਣ, ਉਹਨੂੰ ਆਪਾਂ ਪ੍ਰੀਸਿੰਕਟਸ ਬੋਲ ਦਿੰਦੇ ਹਾਂ, ਰਾਈਟ। ਜਿੱਦਾਂ ਕਿ ਆਪਣਾ ਕਮਰਾ ਹੀ ਹੁੰਦਾ ਹੈ, ਉਹਨੂੰ ਹੀ ਲਾ ਲਓ ਤੁਸੀਂ। ਸੋ ਉਹ ਵਾਲੀ ਫੈਕਟਰੀ ਕੀ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ 10 ਜਾਂ 10 ਤੋਂ ਜ਼ਿਆਦਾ ਵਰਕਰਸ ਕੰਮ ਕਰ ਰਹੇ ਹੋਣ, ਜਾਂ ਫਿਰ ਪਿਛਲੇ 12 ਮਹੀਨੇ ਤੋਂ ਕਰਦੇ ਆ ਰਹੇ ਹੋਣ, ਠੀਕ ਹੈ, ਬਟ ਵਿਦ ਦੀ ਏਡ ਆਫ ਪਾਰ 10 ਜਾਂ 10 ਤੋਂ ਜ਼ਿਆਦਾ, ਅਤੇ ਵਿਦਆਊਟ ਦੀ ਏਡ ਆਫ ਪਾਰ 20 ਜਾਂ 20 ਤੋਂ ਜ਼ਿਆਦਾ ਵਰਕਰ ਕੰਮ ਕਰ ਰਹੇ ਹੋਣ, ਜਾਂ ਪਿਛਲੇ 12 ਮਹੀਨੇ ਤੋਂ ਕਰਦੇ ਆ ਰਹੇ ਹੋਣ ਵਿਦਆਊਟ ਦੀ ਏਡ ਆਫ ਪਾਰ। ਸੋ ਇਹ ਦੋ ਚੀਜ਼ਾਂ ਯਾਦ ਰੱਖਣੀਆਂ, ਵਿਦ ਦੀ ਏਡ ਆਫ ਪਾਰ 10 ਜਾਂ ਮੋਰ ਦੈਨ 10 ਵਰਕਰਸ, ਅਤੇ ਵਿਦਆਊਟ ਦੀ ਏਡ ਆਫ ਪਾਰ 20 ਔਰ ਮੋਰ ਦੈਨ 20 ਵਰਕਰਸ। ਪਰ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ? ਸਭ ਤੋਂ ਪਹਿਲਾਂ ਤਾਂ ਮਾਈਨਸ ਨਹੀਂ ਇਹਦੇ ਵਿੱਚ ਆਉਂਦੀਆਂ, ਕਿਉਂਕਿ ਮਾਈਨਸ ਲਈ ਸਪੈਸ਼ਲ ਐਕਟ ਹੈਗਾ, ਮਾਈਨਸ ਐਕਟ 1952। ਦੈਨ ਉਸ ਤੋਂ ਬਾਅਦ ਮੋਬਾਈਲ ਯੂਨਿਟ ਬਿਲੋਂਗਿੰਗ ਟੂ ਆਰਮਡ ਫੋਰਸਿਸ ਆਫ ਦ ਯੂਨੀਅਨ, ਔਰ ਅ ਰੇਲਵੇਜ਼ ਰਨਿੰਗ ਸ਼ੈਡ, ਹੋਟਲ, ਰੈਸਟੋਰੈਂਟ ਤੇ ਈਟਿੰਗ ਪਲੇਸ ਇਹਦੇ ਵਿੱਚ ਫੈਕਟਰੀ ਦੀ ਡੈਫੀਨੇਸ਼ਨ 'ਚ ਨਹੀਂ ਆਉਂਦੇ ਅੰਡਰ ਸੈਕਸ਼ਨ 2M।
ਦੈਨ ਅਸੈਂਸ਼ੀਅਲ ਐਲੀਮੈਂਟਸ ਕੀ ਹੈ ਫੈਕਟਰੀ ਦੇ, ਜਿਵੇਂ ਆਪਾਂ ਹੁਣੇ ਪੜ੍ਹਿਆ ਤੇ ਉਹਦੇ ਵਿੱਚੋਂ ਇਹ ਡਰਾਈਵ ਹੋਇਆ ਕਿ ਇੱਕ ਦੇਰ ਮਸਟ ਬੀ ਇੱਕ ਪ੍ਰੈਮਿਸਿਸ ਹੋਣੀ ਚਾਹੀਦੀ ਆ ਜਾਂ ਪ੍ਰੇਸਿੰਗਸ ਕੋਈ ਇਹੋ ਜਿਹੀ ਹੋਣੀ ਚਾਹੀਦੀ ਆ। ਨੰਬਰ 2 ਦੇਰ ਮਸਟ ਬੀ ਅ ਮੈਨੂਫੈਕਚਰਿੰਗ ਪ੍ਰੋਸੈਸ ਕੋਈ ਨਾ ਕੋਈ ਹੋਣਾ ਚਾਹੀਦਾ ਹੈ ਉਹਦੇ ਵਿੱਚ। ਤੀਸਰੇ ਨੰਬਰ 'ਤੇ 10 ਜਾਂ 10 ਤੋਂ ਜ਼ਿਆਦਾ ਵਰਕਰ ਕੰਮ ਕਰ ਰਹੇ ਹੋਣ ਜਾਂ ਪਿਛਲੇ 12 ਮਹੀਨੇ ਤੋਂ ਕਰਦੇ ਆ ਰਹੇ ਹੋਣ, ਬਟ ਵਿਦ ਦਾ ਏਡ ਆਫ ਪਾਵਰ, ਅਤੇ ਵਿਦਆਊਟ ਦੀ ਏਡ ਆਫ ਪਾਵਰ ਵਰਕਰਸ ਦਾ ਨੰਬਰ ਕਿੰਨਾ ਹੋਣਾ ਚਾਹੀਦਾ ਹੈ 20 ਜਾਂ ਮੋਰ ਦੈਨ 20। ਸੋ ਇਹ ਅਸੈਂਸ਼ੀਅਲ ਐਲੀਮੈਂਟਸ ਨੇ ਕਿਸੇ ਵੀ ਫੈਕਟਰੀ ਦੇ। ਸੋ ਇਹਦੇ ਨਾਲ ਹੀ ਕਿਹੜੀਆਂ ਚੀਜ਼ਾਂ ਨਹੀਂ ਹੁੰਦੀਆਂ ਉਹੀ ਚੀਜ਼ ਇਹਦੇ ਵਿੱਚ ਪੁਆਇੰਟਸ ਬਣਾ ਕੇ ਲਿਖੀ ਹੈ ਜੋ ਆਪਾਂ ਆਲਰੇਡੀ ਪੜ੍ਹੀ ਹੈ ਵੀ ਕਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ। ਰੇਲਵੇ ਰਨਿੰਗ ਸ਼ੈਡਸ, ਮਾਈਨਸ, ਮੋਬਾਈਲ ਯੂਨਿਟਸ ਆਫ ਆਰਮਡ ਫੋਰਸਿਸ, ਹੋਟੈਲਸ, ਈਟਿੰਗ ਪਲੇਸਿਸ ਔਰ ਰੈਸਟੋਰੈਂਟਸ। ਦੈਨ ਉਸ ਤੋਂ ਬਾਅਦ ਮੈਨੂਫੈਕਚਰਿੰਗ ਪ੍ਰੋਸੈਸ ਦਾ ਕੀ ਮਤਲਬ ਹੈ ਇਹਦੇ ਵਿੱਚ, ਅੰਡਰ ਐਜ਼ ਪਰ ਫੈਕਟਰੀ ਐਕਟ 1948 ਇਟ ਮੀਨਸ any processes for number 1 making, altering, repairing, ornamenting, finishing, packing, oiling, washing, cleaning, breaking up, demolishing or otherwise treating or adopting any article, और मतलब कोई भी ਇਹੋ ਜਿਹੀ ਚੀਜ਼ ਬਣਾਉਣੀ, ਰਿਪੇਅਰ ਕਰਨੀ, ਉਹ 'ਚ ਚੇਂਜਿਸ ਕਰਨੀਆਂ, ਉਹਨੂੰ ਸਜਾਉਣਾ, ਉਹਨੂੰ ਫਿਨਿਸ਼ਿੰਗ ਦੇਣੀ, ਪੈਕਿੰਗ ਕਰਨੀ, ਆਇਲਿੰਗ ਕਰਨੀ, ਵਾਸ਼ਿੰਗ ਕਰਨੀ, ਕਲੀਨਿੰਗ ਕਰਨੀ, मतलब है सारा कुछ। ठीक है, तुसी देख लो फर्स्ट पॉइंट जो लिखा है। सैकेंड नंबर ते पंपिंग ऑयल, वाटर और सीवेज और एनी अदर सबसटेंस, जनरेटिंग, ट्रांसफॉर्मिंग, मतलब ये जे पूछ सकते भी मैਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਕਿਹੜੀਆਂ ਐਕਟੀਵਿਟੀਜ਼ ਇਨਕਲੂਡ ਹੁੰਦੀਆਂ ਤੇ ਯੂ ਸ਼ੁੱਡ ਨੋ ਮੋਟਾ ਕਿ ਆ ਚੀਜ਼ਾਂ ਇਨਕਲੂਡ ਹੁੰਦੀਆਂ ਹੈ। ਠੀਕ ਹੈ। ਦੈਨ ਉਸ ਤੋਂ ਬਾਅਦ ਕੰਪੋਜ਼ਿੰਗ ਟਾਈਪਸ ਆਫ ਪ੍ਰਿੰਟਿੰਗ ਬਾਈ ਲਾਈਟਰ ਪ੍ਰੈਸ, ਲਿਥੋਗ੍ਰਾਫੀ, ਫੋਟੋਗ੍ਰਾਫਰ ਔਰ ਅਦਰ ਸਿਮਿਲਰ ਪ੍ਰੋਸੈਸ, ਬੁੱਕ ਬਾਈਂਡਿੰਗ, ਫਿਰ ਉਸ ਤੋਂ ਬਾਅਦ ਕੰਸਟਰਕਟਿੰਗ, ਰੀਕੰਸਟਰਕਟਿੰਗ, ਰਿਪੇਅਰਿੰਗ, ਰੀਫਿਟਿੰਗ, ਫਿਨਿਸ਼ਿੰਗ, ਬ੍ਰੇਕਿੰਗ ਅਪ ਸ਼ਿਪਸ, ਵੈਸਲਸ, ਪ੍ਰੀਜ਼ਰਵਿੰਗ ਔਰ ਸਟੋਰਿੰਗ ਐਨੀ ਆਰਟੀਕਲਸ ਇਨ ਕੋਲਡ ਸਟੋਰੇਜ ਐਜ਼ ਪਰ ਸੈਕਸ਼ਨ 2 ਕੇ। ਇਹ ਵੀ ਕੀ ਆਉਂਦਾ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਆਉਂਦਾ। ਠੀਕ ਹੈ, ਪ੍ਰੀਜ਼ਰਵ ਕਰਨਾ ਜਾਂ ਸਟੋਰ ਕਰਕੇ ਰੱਖਣਾ ਕੋਲਡ ਸਟੋਰੇਜ ਦੇ ਵਿੱਚ। ਹੁਣ ਆਉਂਦਾ ਵਟ ਇਜ਼ ਨਾਟ ਇਨ ਮੈਨੂਫੈਕਚਰਿੰਗ ਪ੍ਰੋਸੈਸ। ਅੱਗੇ ਆਪਾਂ ਪੜ੍ਹਿਆ ਸੀ ਜਿੱਦਾਂ ਰੇਲਵੇ ਰਨਿੰਗ ਸ਼ੈਡ ਕਿ ਫੈਕਟਰੀ ਦੀ ਡੈਫੀਨੇਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ ਨਾ, ਜਿਵੇਂ ਮਾਈਨਸ ਵਗੈਰਾ। ਹੁਣ ਇਹ ਹੈਗਾ ਮੈਨੂਫੈਕਚਰਿੰਗ ਪ੍ਰੋਸੈਸ ਦੀ ਡੈਫੀਨੇਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ। ਸੋ ਇਹਦੇ ਲਈ ਕੋਈ ਵੀ ਡੈਫੀਨੇਟ ਜਾਂ ਪ੍ਰੀਸਾਈਜ਼ ਟੈਸਟ ਨਹੀਂ ਆ ਕਿ ਜਿਹੜਾ ਉਹਨੂੰ ਡਿਸਕ੍ਰਾਈਬ ਕਰ ਸਕੇ ਕਿ ਮੈਨੂਫੈਕਚਰਿੰਗ ਪ੍ਰੋਸੈਸ 'ਚ ਕਿਹੜੀਆਂ ਚੀਜ਼ਾਂ ਆਉਂਦੀਆਂ ਅਤੇ ਕਿਹੜੀਆਂ ਨਹੀਂ ਆਉਂਦੀਆਂ। ਇਹਦੇ ਲਈ ਸਿਰਫ ਔਰ ਸਿਰਫ ਸਰਕਮਸਟਾਂਸਿਸ ਹੀ ਇੱਕ ਪਰਟੀਕੂਲਰ ਕੇਸ ਦੇ ਜਿਹੜੇ ਡਿਸਾਈਡ ਕਰਨਗੇ ਵੀ ਇਹ ਮੈਨੂਫੈਕਚਰਿੰਗ ਪ੍ਰੋਸੈਸ ਇਹਦੇ ਵਿੱਚ ਇਨਵੋਲਵ ਹੈਗਾ ਆ ਜਾਂ ਨਹੀਂ ਹੈਗਾ। ਠੀਕ ਹੈ। ਹੁਣ ਉਸ ਤੋਂ ਬਾਅਦ ਕਹਿੰਦਾ ਕਿ ਜਿਹੜਾ ਮੈਨੂਫੈਕਚਰਿੰਗ ਪ੍ਰੋਸੈਸ ਹੈ ਉਹਨੂੰ ਐਕਚੁਅਲ ਦੇ ਵਿੱਚ ਐਗਜ਼ਿਸਟੈਂਸ ਲਿਆਉਣ ਵਾਸਤੇ ਇੱਕ ਟਰਾਂਸਫੋਰਮੇਸ਼ਨ ਜਿਹੜੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਕਿ ਮਤਲਬ ਆਰਟੀਕਲ ਨੂੰ ਆਪਾਂ ਇੱਕ ਇਹੋ ਜਿਹੀ ਚੀਜ਼ ਦੇ ਵਿੱਚ ਚੇਂਜ ਕਰੀਏ ਜਿਹਦੀ ਕੋਈ ਕਮਰਸ਼ੀਅਲ ਵੈਲਿਊ ਹੋਵੇ। ਠੀਕ ਹੈ, ਜਿਵੇਂ ਆਪਾਂ ਕੋਈ ਮੰਨ ਲਓ ਕੱਪੜਾ ਬਣਾ ਰਹੇ ਹਾਂ ਅਤੇ ਉਹਨੂੰ ਅਗਰ ਆਪਾਂ ਸੇਲ ਵਾਸਤੇ ਨਹੀਂ ਯੂਜ਼ ਕਰਦੇ ਤਾਂ ਫਿਰ ਉਹ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਨਹੀਂ ਆਉਂਦਾ। ਠੀਕ ਹੈ, ਇਹ ਸੈਕਿੰਡ ਪੁਆਇੰਟ ਦੇ ਵਿੱਚ ਲਿਖਿਆ ਵੀ ਹੋਇਆ ਆ। ਸੋ ਫੋਲੋਇੰਗ ਪ੍ਰੋਸੈਸ ਆਰ ਨਾਟ ਮੈਨੂਫੈਕਚਰਿੰਗ ਪ੍ਰੋਸੈਸਿਸ। ਕਿਹੜੇ ਸਭ ਤੋਂ ਪਹਿਲਾਂ ਕਿ ਜੇ ਆਪਾਂ ਕੋਈ ਐਗਜ਼ੀਬਿਸ਼ਨ ਲਾਉਂਦੇ ਹਾਂ ਫॉर द ਫਿਲਮਸ ਪ੍ਰੋਸੈਸ, ਉਹ ਵੀ ਮੈਨੂਫੈਕਚਰਿੰਗ ਦੇ ਵਿੱਚ ਨਹੀਂ ਆਉਂਦਾ। ਸੈਕਿੰਡ ਨੰਬਰ 'ਤੇ ਜੇਕਰ ਆਪਾਂ ਕੋਈ ਮਤਲਬ ਟ੍ਰੇਨਿੰਗ ਵਗੈਰਾ ਪ੍ਰੋਵਾਈਡ ਕਰਦੇ ਹਾਂ ਜਾਂ ਫਿਰ ਕੋਈ ਕੱਪੜਾ ਹੀ ਪ੍ਰੋਡਿਊਸ ਕਰਦੇ ਹਾਂ ਬਟ ਉਹਨੂੰ ਸੇਲ ਨਹੀਂ ਕਰਦੇ, ਉਹ ਵੀ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਨਹੀਂ ਆਉਂਦਾ। ਠੀਕ ਆ। ਦੈਨ ਉਸ ਤੋਂ ਬਾਅਦ ਹੈਗਾ ਨਿਊਜ਼ ਰਿਸੀਵ ਕਰਦੇ ਆ, ਅਗਰ ਨਿਊਜ਼ਪੇਪਰ ਆਫਿਸ ਦੀ ਗੱਲ ਕਰੀਏ ਤਾਂ ਉਹ ਵੀ ਕੋਈ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਨਹੀਂ ਆਉਂਦਾ। ਠੀਕ ਆ। ਦੈਨ ਉਸ ਤੋਂ ਬਾਅਦ ਜਦੋਂ ਆਪਾਂ ਰॉ ਮਟੀਰੀਅਲਸ ਹਜੇ ਫੈਕਟਰੀ ਨੂੰ ਭੇਜਣੇ ਹੈ ਅਤੇ ਉਹਨਾਂ ਦੀ ਜਿਹੜੀ ਪ੍ਰੀਲਿਮਿਨਰੀ ਪੈਕਿੰਗ ਕਰਦੇ ਆ ਉਹ ਵੀ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਨਹੀਂ ਆਉਂਦਾ। ਦੈਨ ਉਸ ਤੋਂ ਬਾਅਦ ਫਿਨਿਸ਼ਡ ਗੁੱਡਸ ਅਤੇ ਪੈਕਿੰਗ, ਉਹ ਵੀ ਮੈਨੂਫੈਕਚਰਿੰਗ ਗੁੱਡਸ ਦੇ ਵਿੱਚ ਨਹੀਂ ਆਉਂਦਾ। ਠੀਕ ਹੈ, ਬਿਕੋਜ਼ ਉਹਦਾ ਆਲਰੇਡੀ ਪ੍ਰੋਸੈਸ ਜਿਹੜਾ ਮੈਨੂਫੈਕਚਰਿੰਗ ਦਾ ਹੋ ਚੁੱਕਾ ਹੋਇਆ ਹੈ ਪਹਿਲਾਂ ਹੀ। ਹੁਣ ਆਉਂਦਾ ਵਰਕਰ ਕੌਣ ਹੁੰਦਾ ਅੰਡਰ ਸੈਕਸ਼ਨ 2(1). ਸੋ ਇਹਦੇ ਵਿੱਚ ਜੋ ਨੀਚੇ ਪੁਆਇੰਟਸ ਲਿਖੇ ਹੋਏ ਹੈ, ਉੱਪਰ ਵਾਲੀ ਡੈਫੀਨੇਸ਼ਨ ਦਾ ਉਹ ਕਰਕਸ ਲਿਖਿਆ ਹੈ ਇੱਕਦਮ ਕਿ ਵਰਕਰ ਕੌਣ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਉਹ ਇੱਕ ਇੰਪਲੋਇਡ ਪਰਸਨ ਹੁੰਦਾ ਆ। ਠੀਕ ਹੈ। ਦੂਸਰੀ ਗੱਲ, ਉਹਨੂੰ ਡਾਇਰੈਕਟਲੀ ਵੀ ਅਪੁਆਇੰਟ ਕੀਤਾ ਜਾ ਸਕਦਾ ਹੈ ਜਾਂ ਕਿਸੇ ਏਜੰਸੀ ਦੇ ਥਰੂ ਵੀ ਉਹਨੂੰ ਹਾਇਰ ਕੀਤਾ ਜਾ ਸਕਦਾ ਹੈ ਵਿਦ ਔਰ ਵਿਦਾਊਟ ਦੀ ਨੌਲੇਜ ਆਫ ਪ੍ਰਿੰਸੀਪਲ ਇੰਪਲੋਇਰ। ਠੀਕ ਹੈ। ਦੈਨ ਉਸ ਤੋਂ ਬਾਅਦ ਉਹਨੂੰ ਰੈਮਨਰੇਸ਼ਨ ਬੇਸਿਸ 'ਤੇ ਵੀ ਰੱਖਿਆ ਜਾ ਸਕਦਾ, ਮਤਲਬ ਤਨਖਾਹ ਦੇ ਬੇਸਿਸ 'ਤੇ ਵੀ ਰੱਖਿਆ ਜਾ ਸਕਦਾ ਜਾਂ ਉਹਨੂੰ ਇਨ ਕਾਈਂਡ ਵੀ ਕੁਛ ਪੇ ਕੀਤਾ ਜਾ ਸਕਦਾ ਆ। ਰਾਈਟ। ਦੈਨ ਉਸ ਤੋਂ ਇਲਾਵਾ ਇੱਕ ਜਿਹੜੀ ਮੇਨ ਅਸੈਂਸ਼ੀਅਲ ਚੀਜ਼ ਹੈ ਕਿ ਮੈਨੂਫੈਕਚਰਿੰਗ ਪ੍ਰੋਸੈਸ ਜਿਹੜਾ ਆ ਉਹ ਹੋਣਾ ਚਾਹੀਦਾ ਆ ਜਿੱਥੇ ਵੀ ਉਹਨੂੰ ਇੰਪਲੋਏ ਕਰਨਾ ਆ। ਐਂਡ ਦੂਸਰੀ ਗੱਲ ਲਾਸਟ 'ਤੇ ਜਿਹੜੀ ਹੈ ਕਿ ਜਿਹੜੇ ਆਰਮਡ ਫੋਰਸਿਸ ਦੇ ਵਰਕਰਸ ਹੁੰਦੇ ਨੇ ਉਹ ਵਰਕਰ ਦੀ ਡੈਫੀਨੇਸ਼ਨ ਤੋਂ ਬਾਹਰ ਹੈ, ਮਤਲਬ ਜਿਹੜੇ ਯੂਨੀਅਨ ਨੂੰ ਬਿਲੋਂਗ ਕਰਦੇ ਨੇ ਆਰਮਡ ਫੋਰਸਿਸ, ਉਹਨਾਂ ਦਾ ਕੋਈ ਵੀ ਮੈਂਬਰ ਹੈ ਅਤੇ ਉਹ ਵਰਕਰ ਦੀ ਡੈਫੀਨੇਸ਼ਨ ਤੋਂ ਬਾਹਰ ਹੈ। ਦੈਨ ਉਸ ਤੋਂ ਬਾਅਦ ਹੈ ਆਕੂਪਾਇਰ ਆਉਂਦਾ ਸੈਕਸ਼ਨ 2(n) ਆਫ ਦਾ ਐਕਟ। ਇਹਦੇ ਵਿੱਚ ਕਹਿੰਦਾ ਕਿ ਆਕੂਪਾਇਰ ਉਹ ਬੰਦਾ ਜਿਹਦੇ ਕੋਲ ਅਲਟੀਮੇਟ ਕੰਟਰੋਲ ਹੈ ਫੈਕਟਰੀ ਦਾ, ਪ੍ਰੋਵਾਈਡਡ ਕੁਝ ਕੰਡੀਸ਼ਨਸ ਨੇ ਕਿ ਇਨ ਦ ਕੇਸ ਆਫ ਅ ਫਰਮ ਐਨੀ ਵਨ ਆਫ ਦਾ ਇੰਡੀਵਿਜੂਅਲ ਪਾਰਟਨਰਸ, ਜੇ ਕੋਈ ਫਰਮ ਹੈ ਤਾਂ ਕੋਈ ਵੀ ਇੰਡੀਵਿਜੂਅਲ ਪਾਰਟਨਰ ਆਕੂਪਾਇਰ ਹੋ ਸਕਦਾ ਆ। ਕੰਪਨੀ ਹੈ ਅਤੇ ਕੋਈ ਵੀ ਡਾਇਰੈਕਟਰ ਜਿਹੜਾ ਆ ਉਹ ਆਕੂਪਾਇਰ ਹੋ ਸਕਦਾ ਆ। ਅਤੇ ਅਗਰ ਇਨ ਕੇਸ ਕੋਈ ਫੈਕਟਰੀ ਜਿਹੜੀ ਹੈ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਓਨ ਕਰਦੀ ਹੈ
ਤੇ ਉਹ ਕੋਈ ਵੀ ਪਰਸਨ ਜਾਂ ਨੰਬਰ ਆਫ ਪਰਸਨਸ ਜਿਹੜੇ ਆ ਅਪੁਆਇੰਟ ਕਰ ਸਕਦੀ ਹੈ ਟੂ ਮੈਨੇਜ ਦਾ ਅਫੇਅਰਸ, ਜਿਨ੍ਹਾਂ ਨੂੰ ਆਪਾਂ ਆਕੂਪਾਇਰ ਕਵਾਂਗੇ ਅੰਡਰ ਸੈਕਸ਼ਨ 2N ਆਫ ਦਾ ਫੈਕਟਰੀਜ਼ ਐਕਟ। ਸੈਕਸ਼ਨ 101 ਕਵਰ ਕਰਦਾ ਐਗਜ਼ੰਪਸ਼ਨ ਆਫ ਆਕੂਪਾਇਰ ਔਰ ਮੈਨੇਜਰ। ਐਗਜ਼ੰਪਸ਼ਨ ਆਪਾਂ ਉਸ ਕੇਸ ਦੇ ਵਿੱਚ ਯੂਜ਼ ਕਰਦੇ ਹਾਂ ਜਦੋਂ ਮੰਨ ਲਓ ਕੋਈ ਅਫੈਂਸ ਜਿਹੜਾ ਹੈ ਕਮਿਟ ਹੋ ਗਿਆ ਕਿਸੇ ਆਕੂਪਾਇਰ ਦੇ ਅੰਡਰ, ਅਤੇ ਉਸ ਕੇਸ ਦੇ ਵਿੱਚ ਅਗਰ ਕੋਰਟ ਜਿਹੜੀ ਹੈ ਅਗਰ ਉਹ ਆਪਣੇ ਆਪ ਨੂੰ ਪ੍ਰੂਫ ਕਰ ਦਿੰਦਾ ਬਿਫੋਰ ਦਾ ਕੋਰਟ ਕਿ ਉਹਨੇ ਜਦੋਂ ਫੈਕਟਰੀਜ਼ ਐਕਟ ਨੂੰ ਇੰਪਲੀਮੈਂਟ ਕੀਤਾ ਅਤੇ ਉਹਨੇ ਪੂਰੀ ਉਹਦੀ ਜਿਹੜੀ ਹੈ ਮਤਲਬ ਡਿਊ ਡਿਲੀਜੈਂਸ ਅਡੋਪਟ ਕੀਤੀ ਹੈ, ਯਾਨੀ ਕਿ ਪੂਰਾ ਉਹਨੇ ਧਿਆਨ ਰੱਖਿਆ ਹੈ। ਦੈਨ ਦੂਸਰੀ ਗੱਲ ਕਿ ਜਿਹੜਾ ਅਫੈਂਸ ਕਮਿਟ ਹੋਇਆ ਹੈ ਦੈਟ ਇਜ਼ ਇਨ ਕੁਐਸਚਨ, ਉਹ ਉਹਦੀ ਨੌਲੇਜ ਤੋਂ ਬਿਨਾਂ ਆ, ਉਹਦੀ ਕੰਸੈਂਟ ਤੋਂ ਬਿਨਾਂ ਜਾਂ ਉਹਦੇ ਵਿੱਚ ਉਹਦਾ ਕੋਈ ਵੀ ਕਿਸੇ ਤਰੀਕੇ ਦਾ ਹੱਥ ਨਹੀਂ ਹੈਗਾ, ਠੀਕ ਹੈ। ਸੋ ਇਹ ਐਗਜ਼ੰਪਸ਼ਨ ਦੇ ਅੰਡਰ ਆ। ਇਸ ਤੋਂ ਬਾਅਦ ਇਹ ਕੁਝ ਸਟੈਚੂਟਰੀ ਏਜੰਸੀਜ਼ ਨੇ, ਠੀਕ ਹੈ, ਐਕਟ ਦੇ ਅੰਡਰ, ਫੈਕਟਰੀਜ਼ ਐਕਟ ਦੇ ਅੰਡਰ, ਅਤੇ ਇਹਨਾਂ ਦੀਆਂ ਕੀ ਪਾਰਟਸ ਨੇ ਉਹ ਵੀ ਆਪਾਂ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਇੰਸਪੈਕਟਿੰਗ ਸਟਾਫ, ਨੰਬਰ 2 ਸਰਟੀਫਾਈਂਗ ਸਰਜਨਸ, ਨੰਬਰ 3 ਵੈਲਫੇਅਰ ਆਫਿਸਰਸ ਅਤੇ ਨੰਬਰ 4 ਸੇਫਟੀ ਆਫਿਸਰਸ। ਸੋ ਇਹਦੇ 'ਚੋਂ ਕੁਐਸਚਨ ਬਣ ਸਕਦਾ ਹੈ ਕਿ ਵਿਚ ਅਮੰਗ ਦਾ ਫੋਲੋਇੰਗ ਇਜ਼ ਇਨਕਲੂਡਡ ਅੰਡਰ ਦ ਸਟੈਚੂਟਰੀ ਏਜੰਸੀਜ਼, ਠੀਕ ਹੈ, ਐਜ਼ ਪਰ ਦ ਪ੍ਰੋਵੀਜ਼ਨਸ ਆਫ ਫੈਕਟਰੀਜ਼ ਐਕਟ 1948। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਆ। ਦੈਨ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਹੈਗਾ ਇੰਸਪੈਕਟਿੰਗ ਸਟਾਫ। ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਸੈਕਸ਼ਨ 8 ਦੇ ਅੰਡਰ ਇਹਦੀ ਅਪੁਆਇੰਟਮੈਂਟ ਆਉਂਦੀ ਆ, ਜਿਹਦੇ ਵਿੱਚ ਸਟੇਟ ਗਵਰਨਮੈਂਟ ਇੰਸਪੈਕਟਰਸ, ਐਡੀਸ਼ਨਲ ਇੰਸਪੈਕਟਰਸ ਅਤੇ ਚੀਫ ਇੰਸਪੈਕਟਰਸ ਅਪੁਆਇੰਟ ਕਰੇਗੀ। ਦੈਨ ਇਹਦੀਆਂ ਪਾਵਰਸ ਜਿਹੜੀਆਂ ਆ ਉਹ ਸੈਕਸ਼ਨ 9 ਦੇ ਅੰਡਰ ਆਉਂਦੀਆਂ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਕਿਸੇ ਵੀ ਫੈਕਟਰੀ ਦੇ ਵਿੱਚ ਐਂਟਰ ਕਰ ਸਕਦਾ ਆ। ਦੂਸਰੇ ਨੰਬਰ 'ਤੇ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦੀ ਪਲਾਂਟ ਦੀ ਮਸ਼ੀਨਰੀ, ਉਹਦੀ ਪ੍ਰੈਮਿਸਿਸ ਦੇ ਵਿੱਚ ਜੋ ਵੀ ਚੀਜ਼ਾਂ ਪਈਆਂ ਨੇ, ਕੋਈ ਆਰਟੀਕਲਸ ਕੁਛ ਵੀ ਹੈ ਜਾਂ ਕੋਈ ਐਕਸੀਡੈਂਟ ਹੋਇਆ ਉਹਦੇ 'ਤੇ ਇਨਕੁਆਇਰੀ ਬਿਠਾ ਸਕਦਾ ਹੈ, ਠੀਕ ਹੈ। ਦੈਨ ਸਭ ਦੇ ਉੱਤੇ ਜਿਹੜਾ ਇੰਸਪੈਕਸ਼ਨ ਕਰ ਸਕਦਾ ਆ। ਦੈਨ ਉਸ ਤੋਂ ਬਾਅਦ ਕੋਈ ਵੀ ਰਜਿਸਟਰ ਜਿਹੜੇ ਹੁੰਦੇ ਫੈਕਟਰੀਜ਼ ਦੇ ਵਿੱਚ ਮੇਨਟੇਨ ਕਰਦੇ ਆ ਡਿਫਰੈਂਟ ਜਿੱਦਾਂ ਨਾਈਟ ਸ਼ਿਫਟਸ ਦੇ ਰਜਿਸਟਰਸ ਅਲੱਗ ਨਾਲ ਹੁੰਦੇ ਨੇ ਵੂਮਨ ਇੰਪਲੋਈਜ਼ ਦੇ ਇੱਦਾਂ, ਸੋ ਉਹਨਾਂ ਨੂੰ ਸੀਜ਼ ਕਰ ਸਕਦਾ ਆ, ਪ੍ਰੋਡਿਊਸ ਕਰਨ ਲਈ ਕਹੇਗਾ। ਦੈਨ ਉਸ ਤੋਂ ਬਾਅਦ ਫੋਟੋਗ੍ਰਾਫਸ ਲੈ ਸਕਦਾ ਆ ਜਾਂ ਹੋਰ ਜੋ ਵੀ ਮੈਜਰਮੈਂਟਸ ਲੈਣੀਆਂ ਲੈ ਸਕਦਾ ਆ। ਦੈਨ ਉਸ ਤੋਂ ਬਾਅਦ ਅਗਰ ਉਹਨੂੰ ਲੱਗ ਰਿਹਾ ਕਿ ਫੈਕਟਰੀ ਦੇ ਵਿੱਚ ਕੋਈ ਐਵੇਂ ਦੀ ਚੀਜ਼ਾਂ ਪੁਰਾਣੀਆਂ ਪਈਆਂ ਜਿੱਦਾਂ ਜਿਹੜੀਆਂ ਡੈਪਰੀਸ਼ੀਏਟ ਹੋ ਗਈਆਂ, ਫੋਰ ਐਗਜ਼ਾਮਪਲ ਮਸ਼ੀਨਰੀ ਵਗੈਰਾ, ਬਟ ਉਹ ਹਜੇ ਵੀ ਚੱਲ ਰਹੀਆਂ ਨੇ, ਠੀਕ ਹੈ, ਜਾਂ ਜਿੱਦਾਂ ਫਾਇਰ ਐਕਸਟਿੰਗੁਇਸ਼ਰਸ ਵਗੈਰਾ ਫੈਕਟਰੀਜ਼ ਦੇ ਵਿੱਚ ਉਹ ਪ੍ਰੋਪਰਲੀ ਕੰਮ ਨਹੀਂ ਕਰ ਰਹੇ ਆ, ਸੋ ਉਹਨਾਂ ਦੇ ਉੱਤੇ ਪ੍ਰੋਪਰ ਇੰਸਪੈਕਸ਼ਨ ਜਿਹੜਾ ਆ ਜਾਂ ਪ੍ਰੋਪਰ ਐਗਜ਼ਾਮੀਨੇਸ਼ਨ ਜਿਹੜਾ ਆ ਉਹ ਕਰੇਗਾ, ਅਤੇ ਨਾਲ ਹੀ ਉਹਨਾਂ ਚੀਜ਼ਾਂ ਨੂੰ ਉਹ ਆਪਣੇ ਪੋਜੈਸ਼ਨ ਦੇ ਵਿੱਚ ਵੀ ਲੈ ਸਕਦਾ ਆ। ਦੈਨ ਸਟੈਚੂਟਰੀ ਏਜੰਸੀਜ਼ ਆਪਾਂ ਕਰ ਰਹੇ ਹਾਂ। ਇੰਸਪੈਕਟਿੰਗ ਆਫਿਸਰਸ ਦੀ ਆਪਾਂ ਗੱਲ ਕੀਤੀ, ਹੁਣ ਸਰਟੀਫਾਈਂਗ ਸਰਜਨਸ ਜਿਹੜੇ ਆ ਸੈਕਸ਼ਨ 10 ਦੇ ਅੰਡਰ ਅਪੁਆਇੰਟ ਕਰਦੀ ਹੈ ਸਟੇਟ ਗਵਰਨਮੈਂਟ। ਇਹਦੇ ਵਿੱਚ ਜੋ ਯੰਗ ਪਰਸਨਸ ਨੇ ਉਹਨਾਂ ਨੂੰ ਸਰਟੀਫਾਈ ਕਰਦੇ ਨੇ, ਦੈਨ ਉਸ ਤੋਂ ਬਾਅਦ ਐਗਜ਼ਾਮਿਨ ਕਰਦੇ ਨੇ ਪ੍ਰੋਪਰਲੀ। ਐਂਡ ਦੂਸਰੀ ਗੱਲ ਜਿਹੜੇ ਪਰਸਨਸ ਜਿਹੜੇ ਡੇਂਜਰਸ ਆਕੂਪੇਸ਼ਨ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਐਗਜ਼ਾਮਿਨ ਕਰਦੇ ਨੇ, ਫਿਰ ਉੱਪਰ ਜੋ ਵੀ ਮੈਡੀਕਲ ਸੁਪਰਵਿਜ਼ਨ ਦਾ ਕੰਮ ਹੈ ਉਹ ਕਰਦੇ ਆ। ਦੈਨ ਉਸ ਤੋਂ ਬਾਅਦ ਵੈਲਫੇਅਰ ਆਫਿਸਰ ਸੈਕਸ਼ਨ 49 ਦੇ ਅੰਡਰ ਅਪੁਆਇੰਟ ਹੁੰਦੇ ਨੇ, ਔਰ ਇਹਦੇ ਵਿੱਚ ਵੀ ਜਿਹੜਾ ਆਕੂਪਾਇਰ ਹੈ ਫੈਕਟਰੀ ਉਹਦੇ 'ਤੇ ਸਟੈਚੂਟਰੀ ਓਬਲੀਗੇਸ਼ਨ ਹੁੰਦੀ ਹੈ। ਸਟੈਚੂਟਰੀ ਮਤਲਬ ਅੰਡਰ ਦੀ ਐਕਟ, ਠੀਕ ਹੈ, ਸਟੈਚੂਟਰੀ ਆਪਾਂ ਵਰਡ ਹੀ ਐਕਟ ਵਾਸਤੇ ਯੂਜ਼ ਕਰਦੇ ਹਾਂ। ਸੋ ਅੰਡਰ ਦੀ ਐਕਟ ਇਹ ਉਹਦੇ 'ਤੇ ਇੱਕ ਕਿਉਂ ਕਹਿੰਦੇ ਆ ਓਬਲੀਗੇਸ਼ਨ ਹੈ ਕਿ ਉਹ ਵੈਲਫੇਅਰ ਆਫਿਸਰਸ ਅਪੁਆਇੰਟ ਕਰੇਗਾ ਕਿੱਥੇ, ਜਿੱਥੇ 500 ਜਾਂ 500 ਤੋਂ ਜ਼ਿਆਦਾ ਵਰਕਰਸ ਜਿਹੜੇ ਨੇ ਉਹ ਇੰਪਲੋਇਡ ਨੇ। ਇਹਦੀਆਂ ਜੋ ਵੀ ਡਿਊਟੀਜ਼, ਕੁਆਲੀਫਿਕੇਸ਼ਨਸ ਅਤੇ ਕੰਡੀਸ਼ਨ ਆਫ ਸਰਵਿਸ ਜਿਹੜੀ ਹੈ ਸਟੇਟ ਗਵਰਨਮੈਂਟ ਪ੍ਰਿਸਕ੍ਰਾਈਬ ਕਰੇਗੀ। ਦੈਨ ਉਸ ਤੋਂ ਬਾਅਦ ਸੇਫਟੀ ਆਫਿਸਰਸ ਅੰਡਰ ਸੈਕਸ਼ਨ 40B, ਇਹਦੇ ਵਿੱਚ ਸਟੇਟ ਗਵਰਨਮੈਂਟ ਜਿਹੜੀ ਹੈ ਉਹ ਆਕੂਪਾਇਰ ਨੂੰ ਡਾਇਰੈਕਟ ਕਰੇਗੀ ਕਿ ਉਹ ਆਪਣੀ ਜਿੱਥੇ ਵੀ 1000 ਜਾਂ 1000 ਤੋਂ ਜ਼ਿਆਦਾ ਵਰਕਰਸ ਇੰਪਲੋਇਡ ਨੇ ਉੱਥੇ ਸੇਫਟੀ ਆਫਿਸਰਸ ਨੂੰ ਅਪੁਆਇੰਟ ਕਰੇ, ਠੀਕ ਹੈ। ਸਪੈਸ਼ਲੀ ਕਿੱਥੇ, ਜਿੱਥੇ ਮੈਨੂਫੈਕਚਰਿੰਗ ਪ੍ਰੋਸੈਸ ਇੱਦਾਂ ਦਾ ਹੋਵੇ ਜਿਹਦੇ ਵਿੱਚ ਕੁਛ ਡੇਂਜਰਸ ਐਕਟੀਵਿਟੀਜ਼ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਰਿਸਕ ਜਿਹੜਾ ਆ ਉਹ ਇਨਵੋਲਵ ਹੋਵੇ। ਇਹਨਾਂ ਦੀਆਂ ਜਿਹੜੀਆਂ ਡਿਊਟੀਜ਼ ਜਾਂ ਕੁਆਲੀਫਿਕੇਸ਼ਨ ਜਾਂ ਵਰਕਿੰਗ ਕੰਡੀਸ਼ਨਸ ਆ ਸਟੇਟ ਗਵਰਨਮੈਂਟ ਪ੍ਰਿਸਕ੍ਰਾਈਬ ਕਰਦੀ ਆ। ਦੈਨ ਉਸ ਤੋਂ ਬਾਅਦ ਆਉਂਦਾ ਜੋ ਵੀ ਫੈਕਟਰੀ ਸੈਟਅਪ ਕਰਨੀ ਆ ਉਹਦੇ ਲਈ ਅਪਰੂਵਲ, ਉਹਦੀ ਲਾਇਸੈਂਸਿੰਗ, ਉਹਦੀ ਰਜਿਸਟ੍ਰੇਸ਼ਨ ਦਾ ਕੰਮ, ਇਹ ਆਉਂਦਾ ਸੈਕਸ਼ਨ 6 ਦੇ ਅੰਡਰ। ਇਹਦੇ ਵਿੱਚ ਸਟੇਟ ਗਵਰਨਮੈਂਟ ਜਿਹੜੀ ਆ ਵਿਦ ਰਿਸਪੈਕਟ ਟੂ ਫੋਲੋਇੰਗ ਮੈਟਰਸ ਰੂਲ ਬਣਾ ਸਕਦੀ ਹੈ। ਸਭ ਤੋਂ ਪਹਿਲਾਂ ਤੇ ਜੋ ਵੀ ਪਲਾਨਸ ਨੇ ਫੈਕਟਰੀ ਦੇ ਉਹ ਚੀਫ ਇੰਸਪੈਕਟਰ ਨੂੰ ਸਬਮਿਟ ਕਰਨੇ। ਦੈਨ ਉਸ ਤੋਂ ਬਾਅਦ ਜੋ ਪ੍ਰੀਵੀਅਸ ਪਰਮਿਸ਼ਨਸ ਲਈਆਂ ਗਈਆਂ ਉਹਦੇ ਨਾਲ ਉਸ ਸਾਈਟ ਵਾਸਤੇ ਉਹ ਸਬਮਿਟ ਕਰਨੀਆਂ। ਫਿਰ ਜਿੰਨੀਆਂ ਵੀ ਐਪਲੀਕੇਸ਼ਨਸ ਨੇ ਜਿਹਦੇ ਵਿੱਚ ਡਿਫਰੈਂਟ ਪਲਾਨਸ ਜਾਂ ਸਪੈਸੀਫਿਕੇਸ਼ਨਸ ਮੈਂਸ਼ਨ ਨੇ ਉਹਨਾਂ ਨੂੰ ਕੰਸੀਡਰ ਕਰਨਾ ਦੈਨ ਜਾਂ ਨਹੀਂ ਕਰਨਾ। ਦੈਨ ਉਸ ਤੋਂ ਬਾਅਦ ਜੋ ਵੀ ਪਲਾਨ ਸਪੈਸੀਫਿਕੇਸ਼ਨਸ ਨੇ ਉਹਨਾਂ ਨੂੰ ਉਹਦਾ ਦੇਖਣਾ ਕਿ ਕਿਸ ਤਰ੍ਹਾਂ ਦੇ ਨੇ, ਔਰ ਉਹਦੇ ਵਾਸਤੇ ਕੋਈ ਅਥਾਰਟੀ ਜਿਹੜੀ ਡੈਜ਼ਿਗਨੇਟ ਕਰਨੀ ਜੋ ਉਹਨਾਂ ਨੂੰ ਸਰਟੀਫਾਈ ਕਰੇ। ਦੈਨ ਉਸ ਤੋਂ ਬਾਅਦ ਫੈਕਟਰੀਜ਼ ਦੀ ਰਜਿਸਟ੍ਰੇਸ਼ਨ ਅਤੇ ਉਹਨਾਂ ਦਾ ਲਾਇਸੈਂਸਿੰਗ ਦਾ ਕੰਮ। ਫਿਰ ਉਹਦੇ ਵਾਸਤੇ ਅਗਰ ਉਹ ਲਾਇਸੈਂਸ ਓਬਟੇਨ ਕਰਦੇ ਆ ਅਤੇ ਉਹਦੇ ਲਈ ਫੀਸ ਕੀ ਹੋਏਗੀ, ਜਾਂ ਫਿਰ ਅਗਰ ਉਹ ਰੀਨਿਊ ਕਰਾਉਂਦੇ ਨੇ ਲਾਇਸੈਂਸ ਉਹਦੇ ਵਾਸਤੇ ਕੀ ਫੀਸ ਵਗੈਰਾ ਹੈਗੀ ਆ। ਦੈਨ ਉਸ ਤੋਂ ਬਾਅਦ ਹੈਗਾ ਕਿ ਲਾਇਸੈਂਸ ਨਵੇਂ ਦੇਣੇ ਜਾਂ ਫਿਰ ਰੀਨਿਊ ਕਰਾਉਣੇ ਜਿਹੜੇ ਅੰਡਰ ਸੈਕਸ਼ਨ 7,
ठीक है, वो सारा ਇਹਦੇ ਵਿੱਚ ਜਿਹੜਾ ਹੈ ਸਪੈਸੀਫਾਈ ਕੀਤਾ ਜਾਏਗਾ ਉਹਦੇ ਪ੍ਰਤੀ ਜੋ ਵੀ ਰੂਲਸ ਹੋਣਗੇ। ਸੈਕਸ਼ਨ 7 ਦੇ ਵਿੱਚ ਕੀ ਹੁੰਦਾ ਕਿ ਆਕੂਪਾਇਰ ਨੋਟਿਸ ਦਿੰਦਾ ਇਨ ਰਾਈਟਿੰਗ ਟੂ ਚੀਫ ਇੰਸਪੈਕਟਰ। ਉਹ ਨੋਟਿਸ ਜਿਹੜਾ ਜਦੋਂ ਉਹਨੇ ਉਹ ਚੀਜ਼ ਇੱਕ ਪ੍ਰੈਮਿਸਿਸ ਜਿਹੜਾ ਆਕੂਪਾਈ ਕਰ ਲਿਆ ਉਸ ਤੋਂ 15 ਦਿਨਾਂ ਦੇ ਵਿੱਚ ਉਹਨੇ ਜਿਹੜਾ ਆ ਕਿ ਮੈਂ ਇੱਥੇ ਸੈਟਅਪ ਕਰ ਰਿਹਾ ਆਪਣਾ ਪ੍ਰੈਮਿਸਿਸ, ਉਹਨੇ ਚੀਫ ਇੰਸਪੈਕਟਰ ਨੂੰ ਇਨ ਰਾਈਟਿੰਗ ਦੱਸਣਾ ਹੁੰਦਾ ਆ। ਅਤੇ ਫਿਰ ਉਸ ਤੋਂ ਬਾਅਦ ਹੀ ਇਹ ਜਿਹੜਾ ਆ ਕੀਤਾ ਜਾਏਗਾ ਡਿਸਾਈਡ ਕਿ ਉਹਨੂੰ ਲਾਇਸੈਂਸ ਦੇਣਾ ਆ ਜਾਂ ਨਹੀਂ ਦੇਣਾ। ਦੈਨ ਉਸ ਤੋਂ ਬਾਅਦ ਆਉਂਦਾ ਆਟੋਮੈਟਿਕ ਅਪਰੂਵਲ। ਇਹ ਆਉਂਦਾ ਸੈਕਸ਼ਨ 6(2) ਦੇ ਅੰਡਰ, ਠੀਕ ਹੈ, 6 ਸਬਸੈਕਸ਼ਨ 2 ਦੇ ਅੰਡਰ। ਇਹਦੇ ਵਿੱਚ ਹੈ ਕਿ ਜੇਕਰ ਕੋਈ ਐਪਲੀਕੇਸ਼ਨ ਕਿਸੇ ਇੱਕ ਫੈਕਟਰੀ ਓਨਰ ਵੱਲੋਂ ਕੀਤੀ ਗਈ ਹੈ ਅਪਰੂਵਲ ਲੈਣ ਵਾਸਤੇ ਅਤੇ ਕੋਈ ਵੀ ਉਹਨੂੰ ਰਿਪਲਾਈ 3 ਮਹੀਨਿਆਂ ਦੇ ਵਿੱਚ ਨਹੀਂ ਆਉਂਦਾ, ਦੈਟ ਮੀਨਸ ਕਿ ਉਹਦੀ ਫੈਕਟਰੀ ਆਟੋਮੈਟਿਕਲੀ ਅਪਰੂਵ ਹੋ ਗਈ ਹੈ। ਦੈਨ ਉਸ ਤੋਂ ਬਾਅਦ ਹੁੰਦਾ ਅਪੀਲ। ਅਪੀਲ ਉਹ ਕਿਸ ਕੇਸਿਸ ਦੇ ਵਿੱਚ ਕਰਦਾ ਹੈ? ਜੇਕਰ ਉਹਨੂੰ ਪਰਮਿਸ਼ਨ ਨਹੀਂ ਗ੍ਰਾਂਟ ਕੀਤੀ ਗਈ, ਉਸ ਕੇਸ ਦੇ ਵਿੱਚ ਉਹ 30 ਦਿਨਾਂ ਦੇ ਵਿੱਚ ਜਦੋਂ ਦਾ ਮਤਲਬ ਐਪਲੀਕੇਸ਼ਨ ਰਿਫਿਊਜ਼ ਹੋ ਗਈ ਹੈ ਅਤੇ 30 ਦਿਨਾਂ ਦੇ ਵਿੱਚ ਉਹ ਐਪਲੀਕੇਸ਼ਨ ਜਿਹੜੀ ਹੈ ਦੁਬਾਰਾ ਕਰ ਸਕਦਾ ਆ। ਸੈਂਟਰਲ ਗਵਰਨਮੈਂਟ ਅਪੀਲ ਕਰ ਸਕਦਾ ਹੈ ਸੈਂਟਰਲ ਗਵਰਨਮੈਂਟ ਨੂੰ ਕਿ ਅਗੇਂਸਟ ਦੀ ਸਟੇਟ ਗਵਰਨਮੈਂਟ ਆਰਡਰ, ਠੀਕ ਹੈ। ਜੇ ਮੰਨ ਲਓ ਸਟੇਟ ਗਵਰਨਮੈਂਟ ਨੇ ਉਹਨੇ ਐਪਲੀਕੇਸ਼ਨ ਲਈ ਰਿਕੁਐਸਟ ਕੀਤੀ ਸੀ, ਸਟੇਟ ਗਵਰਨਮੈਂਟ ਨੇ ਰਿਫਿਊਜ਼ ਕਰਤਾ ਅਤੇ ਸੈਂਟਰਲ ਗਵਰਨਮੈਂਟ ਨੂੰ ਅਪੀਲ ਕਰ ਸਕਦਾ ਹੈ। ਇਨ ਕੇਸ ਕਿਸੇ ਹੋਰ ਅਥੋਰਿਟੀ ਨੂੰ ਉਹਨੇ ਸਬਮਿਟ ਕੀਤੀ ਸੀ ਐਪਲੀਕੇਸ਼ਨ ਪਰ ਉਹਨੇ ਰਿਜੈਕਟ ਕਰਤਾ ਤਾਂ ਉਸ ਕੇਸ ਦੇ ਵਿੱਚ ਉਹ ਸਟੇਟ ਗਵਰਨਮੈਂਟ ਨੂੰ ਕੀ ਹੈ ਅਪੀਲ ਕਰ ਸਕਦਾ ਹੈ। ਦੈਨ ਸੈਕਸ਼ਨ 7 ਜਿਵੇਂ ਕਿ ਆਪਾਂ ਡਿਸਕਸ ਕੀਤਾ ਸੀਗਾ ਕਿ ਨੋਟਿਸ ਬਾਏ ਦਾ ਆਕੂਪਾਇਰ, ਕਿ ਰਿਟਨ ਨੋਟਿਸ ਜਿਹੜਾ ਚੀਫ ਇੰਸਪੈਕਟਰ ਨੂੰ ਆਕੂਪਾਇਰ ਭੇਜੇਗਾ ਵਿਦਿਨ 15 ਡੇਜ਼ ਜਦੋਂ ਉਹਨੇ ਕੰਮ ਜਿਹੜਾ ਸਟਾਰਟ ਕਰ ਦਿੱਤਾ ਆਪਣੀ ਫੈਕਟਰੀ ਦੇ ਉੱਤੇ। ਅਤੇ ਜੇਕਰ ਉਹਦੀ ਫੈਕਟਰੀ ਸੀਜ਼ਨਲ ਹੈ ਅਤੇ ਸੀਜ਼ਨਲ ਫੈਕਟਰੀ ਜਿਹੜੀ ਹੈ ਉਹ ਪਰਟੀਕੂਲਰ ਸੀਜ਼ਨ ਦੇ ਵਿੱਚ ਹੀ ਕੰਮ ਉਹ ਆਪਣਾ ਰਿਜ਼ਿਊਮ ਕਰਨਗੇ ਅਤੇ ਆਪਣੇ ਕੰਮ ਰਿਜ਼ਿਊਮ ਕਰਨ ਤੋਂ 30 ਦਿਨ ਦੇ ਵਿੱਚ ਜਿਹੜਾ ਆ ਉਹ ਚੀਫ ਇੰਸਪੈਕਟਰ ਨੂੰ ਇਨਫੋਰਮ ਕਰੇਗਾ ਇਨ ਰਾਈਟਿੰਗ, ਠੀਕ ਹੈ। ਦੈਨ ਇਸ ਤੋਂ ਇਲਾਵਾ ਜਿਹੜਾ ਆਕੂਪਾਇਰ ਆ ਉਹ ਇੱਕ ਰਿਟਨ ਨੋਟਿਸ ਇੰਸਪੈਕਟਰ ਨੂੰ ਅਤੇ ਉਹ ਰਿਟਨ ਨੋਟਿਸ ਦੀ ਇੱਕ ਕਾਪੀ ਚੀਫ ਇੰਸਪੈਕਟਰ ਨੂੰ ਸੈਂਡ ਕਰੂਗਾ ਵਿਦਿਨ 7 ਡੇਜ਼ ਜਦੋਂ ਉਹਨੇ ਕੰਮ ਜਿਹੜਾ ਸਟਾਰਟ ਕਰ ਦਿੱਤਾ ਆ, ਰਾਈਟ। ਦੈਨ ਉਸ ਤੋਂ ਬਾਅਦ ਆਉਂਦਾ ਆਕੂਪਾਇਰ ਡੀਮਡ ਐਜ਼ ਮੈਨੇਜਰ। ਆਕੂਪਾਇਰ ਜਿਹੜਾ ਮੈਨੇਜਰ ਕਦੋਂ ਹੋਏਗਾ? ਦੇਖੋ ਹਰ ਇੱਕ ਫੈਕਟਰੀ ਦੇ ਅਫੇਅਰਸ ਨੂੰ ਮੈਨੇਜ ਕਰਨ ਵਾਸਤੇ ਇੱਕ ਮੈਨੇਜਰ ਜਿਹੜਾ ਨੂੰ ਆਪਾਂ ਡੈਜ਼ਿਗਨੇਟ ਕਰਦੇ ਹਾਂ, ਬਟ ਇਨ ਕੇਸ ਮੈਨੇਜਰ ਜਿਹੜਾ ਆ ਉਹ ਅਵੇਲੇਬਲ ਨਹੀਂ ਹੈਗਾ, ਉਸ ਕੇਸ ਦੇ ਵਿੱਚ ਆਕੂਪਾਇਰ ਜਿਹੜਾ ਆ ਉਹ ਆਟੋਮੈਟਿਕਲੀ ਮੈਨੇਜਰ ਕੰਸੀਡਰ ਕੀਤਾ ਜਾਏਗਾ ਫੈਕਟਰੀ ਦਾ, ਠੀਕ ਆ। ਦੈਨ ਉਸ ਤੋਂ ਬਾਅਦ ਆਉਂਦੀਆਂ ਜਨਰਲ ਡਿਊਟੀਜ਼ ਕੀ ਆ ਆਕੂਪਾਇਰ ਦੀਆਂ। ਹਰ ਇੱਕ ਆਕੂਪਾਇਰ ਕੌਣ ਆ? ਜਿੱਦਾਂ ਆਪਾਂ ਸਟਾਰਟਿੰਗ 'ਚ ਕੀਤਾ ਸੀਗਾ ਜਿਹੜਾ ਕਿ ਫੈਕਟਰੀ ਦਾ ਪੂਰਾ ਕਰਤਾ ਧਰਤਾ ਜਿਸ ਕੋ ਕੰਟਰੋਲ ਹੁੰਦਾ ਫੈਕਟਰੀ ਦਾ, ਠੀਕ ਹੈ। ਸੋ ਹਰ ਇੱਕ ਆਕੂਪਾਇਰ ਜਿਹੜਾ ਆ ਉਹ ਇਨਸ਼ਿਓਰ ਕਰੇਗਾ ਹੈਲਥ, ਸੇਫਟੀ ਅਤੇ ਵੈਲਫੇਅਰ ਸਾਰੇ ਵਰਕਰਸ ਦੀ ਵਾਈਲ ਦੇ ਆਰ ਐਟ ਵਰਕ ਇਨ ਦਾ ਫੈਕਟਰੀ। ਦੈਨ ਉਸ ਤੋਂ ਬਾਅਦ ਆਉਂਦਾ ਜਨਰਲ ਡਿਊਟੀਜ਼ ਮੈਨੂਫੈਕਚਰਰਸ ਦੀਆਂ ਕੀ ਨੇ। ਇਹ ਆਉਂਦੀਆਂ ਸੈਕਸ਼ਨ 7(b) ਦੇ ਅੰਡਰ। ਇਹਦੇ ਵਿੱਚ ਕੋਈ ਵੀ ਪਰਸਨ ਜਿਹੜਾ ਡਿਜ਼ਾਈਨ ਕਰਦਾ, ਮੈਨੂਫੈਕਚਰ ਕਰਦਾ, ਇੰਪੋਰਟ ਕਰਦਾ ਜਾਂ ਕੋਈ ਵੀ ਆਰਟੀਕਲਸ ਨੂੰ ਸਪਲਾਈ ਕਰਦਾ ਜਾਂ ਯੂਜ਼ ਕਰਦਾ ਕਿਸੇ ਵੀ ਫੈਕਟਰੀ ਦੇ ਵਿੱਚ, ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖੇਗਾ। ਨੰਬਰ 1 ਕਿ ਆਰਟੀਕਲਸ ਜਿਹੜੇ ਉਹ ਯੂਜ਼ ਕਰ ਰਿਹਾ ਉਹ ਸੇਫ ਨੇ ਅਤੇ ਉਹਨਾਂ ਦੇ ਵਿੱਚ ਵਰਕਰਸ ਦੀ ਹੈਲਥ ਨੂੰ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਆ। ਦੂਸਰੇ ਨੰਬਰ 'ਤੇ ਉਹ ਪ੍ਰੋਪਰ ਜਿਹੜੇ ਵੀ ਆਰਟੀਕਲਸ ਇੱਦਾਂ ਦੇ ਕੁਛ ਵੀ ਥੋੜ੍ਹਾ ਬਹੁਤਾ ਵੀ ਰਿਸਕ ਇਨਵੋਲਵਡ ਹੈ ਉਹਨਾਂ ਦੀ ਇੰਪਲੀਮੈਂਟੇਸ਼ਨ ਤੋਂ ਪਹਿਲਾਂ ਪ੍ਰੋਪਰ ਟੈਸਟ ਅਤੇ ਐਗਜ਼ਾਮੀਨੇਸ਼ਨਸ ਕੰਡਕਟ ਕਰਵਾਏਗਾ, ਠੀਕ ਹੈ। ਦੈਨ ਉਸ ਤੋਂ ਬਾਅਦ ਹੈਗਾ ਆ ਕਿ ਇਸ ਤੋਂ ਇਲਾਵਾ ਜੋ ਵੀ ਸਟੈਪਸ ਨੈਸੈਸਰੀ ਹੈ ਉਹ ਕਰੇਗਾ, ਜਿਵੇਂ ਫੋਰ ਐਗਜ਼ਾਮਪਲ ਕਿ ਜਿਹੜੇ ਆਪਣੇ ਯੰਗ ਵਰਕਰਸ ਨੇ ਉਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਵਗੈਰਾ, ਠੀਕ ਹੈ, ਉਹ ਸਾਰਾ ਕੁਛ ਜਿਹੜਾ ਆ ਕਰਵਾਏਗਾ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਐਲਰਜੀ ਤਾਂ ਨਹੀਂ ਆ, ਹੈ ਨਾ। ਸੋ ਜਾਂ ਕਿਸੇ ਨੂੰ ਪਹਿਲਾਂ ਹੀ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈ ਜਿਹਦੇ ਨਾਲ ਉਹਦੇ ਫੈਕਟਰੀਜ਼ ਦੇ ਵਿੱਚ ਜੋ ਆਰਟੀਕਲਸ ਨੇ ਉਹਦੇ ਨਾਲ ਉਹਦੀ ਸਿਹਤ ਦੇ ਉੱਤੇ ਇਫੈਕਟ ਪਵੇ ਜਾਂ ਉਹਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋਵੇ। ਦੈਨ ਉਸ ਤੋਂ ਬਾਅਦ ਆਉਂਦਾ ਮੇਜਰਸ ਫॉर ਹੈਲਥ, ਸੇਫਟੀ ਐਂਡ ਵੈਲਫੇਅਰ ਆਫ ਵਰਕਰਸ, ਠੀਕ ਹੈ। ਹੁਣ ਇਹਦੇ ਵਿੱਚੋਂ ਜਿਹੜੇ ਕੁਐਸਚਨਸ ਬਣਨਗੇ ਨਾ ਉਹ ਵੀ ਲਗਭਗ ਇੱਦਾਂ ਦੇ ਹੀ ਬਣਨਗੇ। ਫੋਰ ਐਗਜ਼ਾਮਪਲ ਨੀਚੇ ਜਿਹੜੇ ਮਤਲਬ ਹੈਲਥ ਸੇਫਟੀ ਰਿਗਾਰਡਿੰਗ ਪੁਆਇੰਟਸ ਦਿੱਤੇ ਹੋਇਆ ਵੀ ਕਲੀਨਲੀਨੈਸ ਹੋਣੀ ਚਾਹੀਦੀ ਹੈ, ਡਿਸਪੋਜ਼ਲ ਆਫ ਵੇਸਟ ਐਂਡ ਐਫਲੂਐਂਟਸ, ਫਲੋਰ ਕਲੀਨ ਹੋਣਾ ਚਾਹੀਦਾ ਵਿਦ ਪ੍ਰੋਪਰ ਯੂਜ਼ਿੰਗ ਡਿਸਇਨਫੈਕਟੈਂਟਸ, ਠੀਕ ਹੈ। ਇਫੈਕਟਿਵ ਮੀਨਸ ਆਫ ਡਰੇਨੇਜ ਸ਼ੈਲ ਬੀ ਪ੍ਰੋਵਾਈਡਿਡ, ਆਰਟੀਫਿਸ਼ੀਅਲ ਹਿਊਮਿਡੀਫਿਕੇਸ਼ਨ, ਓਵਰ ਕਰਾਊਡਿੰਗ ਨਹੀਂ ਹੋਣੀ ਚਾਹੀਦੀ, ਲਾਈਟਨਿੰਗ ਪ੍ਰੋਪਰ ਹੋਣੀ ਚਾਹੀਦੀ ਆ, ਡਰਿੰਕਿੰਗ ਵਾਟਰ ਪ੍ਰੋਪਰ ਹੋਣਾ ਚਾਹੀਦਾ ਆ, ਲੈਟਰਿਨਸ, ਯੂਰੀਨਲਸ, ਸਪਿਟੂਨਸ ਵਗੈਰਾ ਹੋਣੇ ਚਾਹੀਦੇ ਜਗ੍ਹਾ ਜਗ੍ਹਾ ਦੇ ਉੱਤੇ ਲੱਗੇ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਕੁਐਸਚਨ ਕਿਵੇਂ ਆਊਗਾ ਵੀ ਆਹ ਚੀਜ਼ਾਂ ਜਿਹੜੀਆਂ ਕੇਸ ਐਕਟ ਦੇ ਅੰਡਰ ਮੈਂਸ਼ਨ ਨੇ, ਹੈ ਨਾ, ਵੀ ਇਹਨਾਂ ਦਾ ਯੂਜ਼ ਜਿਹੜਾ ਕੇਸ ਐਕਟ ਦੇ ਅੰਡਰ ਇੰਸ਼ੋਰ ਕੀਤਾ ਗਿਆ ਆ। ਸੋ ਐਵੇਂ ਤੁਹਾਨੂੰ ਮਤਲਬ ਇਹ ਚੀਜ਼ਾਂ ਯਾਦ ਰੱਖਣੀਆਂ ਨੇ। ਦੈਨ ਇਹ ਹੈਲਥ ਆਪਾਂ ਕੀਤਾ ਅਤੇ B ਦੇ ਵਿੱਚ ਆਉਂਦਾ ਸੇਫਟੀ, ਜਿਹਦੇ ਵਿੱਚ ਫੈਂਸਿੰਗ ਆਫ ਮਸ਼ੀਨਰੀ, ਠੀਕ ਹੈ, ਮਸ਼ੀਨਰੀ ਦੀ ਪ੍ਰੋਪਰ ਫੈਂਸਿੰਗ ਹੋਣੀ ਚਾਹੀਦੀ ਹੈ। ਸੇਫਟੀ ਮੇਜਰਸ ਇਨ ਕੇਸ ਆਫ ਵਰਕ ਔਰ ਨੀਅਰ ਮਸ਼ੀਨਰੀ ਇਨ ਮੋਸ਼ਨ, employment of young person on dangerous machines, striking gear and devices for cutting off parts, self-acting machines, casing of new machinery, prohibition of employment of women and children near cotton openers, hoist and lifts, lifting machines, chains, ropes and lifting tackles,
ਸੇਫਟੀ ਮੇਜਰਸ ਇਨ ਕੇਸ ਆਫ ਰਿਵੋਲਵਿੰਗ ਮਸ਼ੀਨਰੀ। ਸੋ ਇਹ ਸਾਰੇ ਪੁਆਇੰਟਸ ਜਿਹੜੇ ਆ ਤੁਹਾਨੂੰ ਪੁੱਛ ਸਕਦੇ ਆ ਵੀ ਆ ਕਿਹੜੇ ਐਕਟ ਦੇ ਅੰਡਰ ਇਹਨਾਂ ਚੀਜ਼ਾਂ ਨੂੰ ਇੰਸ਼ੋਰ ਕੀਤਾ ਜਾਂਦਾ, ਇਹਨਾਂ ਦੀ ਸੇਫਟੀ ਵਗੈਰਾ ਇੰਸ਼ੋਰ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਵੀ ਸਾਰੀਆਂ ਚੀਜ਼ਾਂ ਸੇਫਟੀ ਦੇ ਅੰਡਰ ਆਉਂਦੀਆਂ ਨੇ, ਪ੍ਰੈਸ਼ਰ ਪਲਾਂਟ, ਫਲੋਰ, ਸਟੇਅਰਸ ਐਂਡ ਮੀਨਸ ਆਫ ਐਕਸੈਸ, ਪਿਟਸ, ਹਮਸ, ਓਪਨਿੰਗਸ ਇਨ ਫਲੋਰਸ, excessive weights, protection of eyes, precautions against dangerous fumes, gases, precautions regarding use of portable electric light, explosive or inflammable dust gas, precautions in case of fire, power to require specification of defective parts or test to stability. Then safety of buildings or machinery, maintenance of buildings, safety officers, the power to make rules to supplement this chapter, right? So ਇਹ ਸਾਰੇ ਕੀ ਹੈ safety measures ਹੈ। ਹੈਲਥ ਸੇਫਟੀ ਤੋਂ ਬਾਅਦ ਆਉਂਦਾ ਵੈਲਫੇਅਰ, ਜਿਹਦੇ ਵਿੱਚ ਵਾਸ਼ਿੰਗ ਫੈਸਿਲਿਟੀਜ਼ ਫॉर ਸਟੋਰਿੰਗ ਐਂਡ ਡਰਾਈਂਗ ਕਲੋਥਸ, ਫੈਸਿਲਿਟੀਜ਼ ਫॉर ਸਿਟਿੰਗ, ਫਸਟ ਏਡ ਅਪਲਾਇੰਸਿਸ, ਕੈਂਟੀਨਸ ਹੋਣੀਆਂ ਚਾਹੀਦੀਆਂ, ਸ਼ੈਲਟਰਸ, ਰੈਸਟ ਰੂਮਸ, ਲੰਚ ਰੂਮਸ ਹੋਣੇ ਚਾਹੀਦੇ ਆ, ਵੂਮਨ ਜਿਨ੍ਹਾਂ ਦੇ ਬੱਚੇ ਛੋਟੇ ਨੇ ਉਹਨਾਂ ਲਈ ਕ੍ਰੈਚਿਸ ਹੋਣੇ ਚਾਹੀਦੇ ਆ, ਵੈਲਫੇਅਰ ਆਫਿਸਰਸ ਦੀ ਅਪਾਇੰਟਮੈਂਟ। ਦੈਨ ਉਸ ਤੋਂ ਬਾਅਦ ਪਾਰਟ ਟੂ ਮੇਕ ਰੂਲਸ ਟੂ ਸਪਲੀਮੈਂਟ ਦਿਸ ਚੈਪਟਰ। ਦੈਨ ਉਸ ਤੋਂ ਬਾਅਦ ਹੈਗਾ ਰੋਲ ਆਫ, ਜਿੰਨੇ ਵੀ ਆਪਾਂ ਪੜ੍ਹੇ ਆ ਨਾ ਹੈਲਥ ਸੇਫਟੀ ਮੇਜਰਸ ਹੋ ਗਏ, ਹੈਲਥ ਮੇਜਰਸ, ਸੇਫਟੀ ਮੇਜਰਸ ਜਾਂ ਵੈਲਫੇਅਰ ਮੇਜਰਸ, ਸਾਰੇ ਸੈਕਸ਼ਨਸ ਦੇ ਅੰਡਰ ਹੀ ਆਉਂਦੇ ਡਿਫਰੈਂਟ, ਬਟ ਨੋ ਨੀਡ ਟੂ ਰਿਮੈਂਬਰ ਇੰਨੇ ਜ਼ਿਆਦਾ ਸੈਕਸ਼ਨਸ, ਸਿਰਫ ਤੁਹਾਨੂੰ ਯਾਦ ਰੱਖਣਾ ਵੀ ਕਿਹੜੀਆਂ ਚੀਜ਼ਾਂ ਆਉਂਦੀਆਂ। ਸੋ ਇੰਪੋਰਟੈਂਟ ਵਨ ਆਪਾਂ ਕਰ ਲਾਂਗੇ। ਸੋ ਰੋਲ ਆਫ ਇੰਸਪੈਕਟਰ ਸੈਕਸ਼ਨ 39 ਤੇ 40 ਦੇ ਅੰਡਰ ਆਉਂਦਾ। ਸੈਕਸ਼ਨ 39, 40 ਤੇ 40A ਟਾਕ ਅਬਾਊਟ ਵੇਰੀਅਸ ਰੋਲਸ ਦੈਟ ਹੈਵ ਬੀਨ ਅਸਾਈਨਡ ਟੂ ਇੰਸਪੈਕਟਰ, ਮਤਲਬ ਜਿਹੜੇ ਇੰਸਪੈਕਟਰ ਨੂੰ ਰੋਲਸ ਦਿੱਤੇ ਗਏ ਉਹ ਇਸ ਸੈਕਸ਼ਨ ਦੇ ਅੰਡਰ ਆਉਂਦੇ ਨੇ। ਕੀ ਕਰ ਸਕਦਾ ਉਹ? ਹੀ ਮੇ ਕਾਲ ਫॉर ਡਿਟੇਲਸ ਰਿਗਾਰਡਿੰਗ ਬਿਲਡਿੰਗ ਮਸ਼ੀਨਸ। ਦੈਨ ਉਸ ਤੋਂ ਬਾਅਦ ਸੇਫਟੀ ਆਫਿਸਰਸ ਦੀ ਅਪਾਇੰਟਮੈਂਟ ਅੰਡਰ ਸੈਕਸ਼ਨ 40B। ਜੇਕਰ 1000 ਜਾਂ 1000 ਤੋਂ ਜ਼ਿਆਦਾ ਵਰਕਰਸ ਮਤਲਬ ਕਿਸੇ ਫੈਕਟਰੀ ਦੇ ਵਿੱਚ ਇੰਪਲੋਇਡ ਨੇ ਤੇ ਫਿਰ ਇੱਕ ਸੈਪਰੇਟ ਸੇਫਟੀ ਆਫਿਸਰ ਜਿਹੜਾ ਆ ਉਹਨੂੰ ਇੰਪਲੋਏ ਕੀਤਾ ਜਾਏਗਾ। ਵੈਲਫੇਅਰ ਪ੍ਰੋਵੀਜ਼ਨਸ ਨੇ 42 ਤੋਂ ਲੈ ਕੇ 50 ਤੱਕ, ਜਿੰਨੀਆਂ ਵੀ ਆਪਾਂ ਪੜ੍ਹੀਆਂ ਉਹ ਸੈਕਸ਼ਨ 42 ਤੋਂ ਮਤਲਬ ਸਿੱਧੀਆਂ 42 ਤੋਂ ਲੈ ਕੇ 50 ਤੱਕ ਆਉਂਦੀਆਂ ਨੇ, ਠੀਕ ਹੈ। ਦੈਨ ਵਾਸ਼ਿੰਗ ਫੈਸਿਲਿਟੀਜ਼ ਆਉਂਦੀਆਂ ਨੇ ਸੈਕਸ਼ਨ 42 ਦੇ ਵਿੱਚ, ਠੀਕ ਹੈ, ਉਹ ਦੁਬਾਰਾ ਲਿਖੀਆਂ ਹੋਈਆਂ ਇਹਦੇ ਵਿੱਚ। ਫੈਸਿਲਿਟੀਜ਼ ਫॉर ਸਟੋਰਿੰਗ ਐਂਡ ਡਰਾਈਂਗ ਕਲੋਥਸ 43 ਸੈਕਸ਼ਨ 'ਚ, ਫੈਸਿਲਿਟੀਜ਼ ਫॉर ਸਿਟਿੰਗ ਸੈਕਸ਼ਨ 44, ਫਸਟ ਏਡ ਅਪਲਾਇੰਸਿਸ ਸੈਕਸ਼ਨ 45, then canteens section 46, restroom, shelters, lunch rooms section 47, crèches आ गए section 48, welfare officer section 49 ਤੇ power to make rules section 50। ਦੈਨ ਸੈਕਸ਼ਨ 42 ਵਾਸ਼ਿੰਗ ਫੈਸਿਲਿਟੀਜ਼ ਦੇ ਵਿੱਚ ਜਿਵੇਂ ਆਪਾਂ ਪੜ੍ਹਿਆ ਹੈ ਨਾ ਵੀ ਵੈਲਫੇਅਰ ਮੇਜਰਸ ਇਹ ਹੋਣੇ ਚਾਹੀਦੇ ਆ। ਸੋ ਇਹਦੇ ਵਿੱਚ ਜਿਵੇਂ ਵੂਮੈਨ ਅਤੇ ਮੈਨ ਉਹਨਾਂ ਵਾਸਤੇ ਸੈਪਰੇਟ ਵਾਸ਼ਿੰਗ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਆ। ਸੈਕਸ਼ਨ 43 ਦੇ ਵਿੱਚ ਹੈਗਾ ਕਿ ਜਿਹੜਾ ਉਹਨਾਂ ਦੇ ਕਲੋਥਸ ਹੈ ਉਹਨਾਂ ਨੂੰ ਸਟੋਰ ਕਰਨ ਦਾ, ਡਰਾਈ ਕਰਨ ਲਈ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ। ਦੈਨ ਇਸ ਤੋਂ ਇਲਾਵਾ ਸਟੇਟ ਗਵਰਨਮੈਂਟ ਜਿਹੜੀ ਹੈ ਰੂਲਸ ਬਣਾ ਸਕਦੀ ਹੈ ਕਿ ਜਿੱਥੇ ਮਤਲਬ ਉਹਨਾਂ ਨੇ ਕੱਪੜੇ ਆਪਣੇ ਰੱਖਣੇ ਆ ਜਿਹੜੇ ਕੰਮ ਦੇ ਦੌਰਾਨ ਨਹੀਂ ਪਾਣੇ, ਰਾਈਟ। ਅਤੇ ਦੈਨ ਉਸ ਤੋਂ ਬਾਅਦ ਜਿਹੜੀ ਆਪਣੇ ਵੈਟ ਕਲੋਥ ਹੈ ਉਹਨਾਂ ਨੂੰ ਕਿੱਥੇ ਉਹ ਡਰਾਈ ਕਰਨਗੇ ਉਹਦੇ ਵਾਸਤੇ ਜੋ ਵੀ ਫੈਸਿਲਿਟੀਜ਼ ਹੈ। ਦੈਨ ਉਸ ਤੋਂ ਬਾਅਦ ਹੈਗਾ ਸੈਕਸ਼ਨ 44 ਫੈਸਿਲਿਟੀਜ਼ ਫॉर ਸਿਟਿੰਗ, ਜਿੱਦਾਂ ਕੋਈ ਵਰਕਰਸ ਹੁੰਦੇ ਨੇ ਸਾਰਾ ਦਿਨ ਖਲੋ ਕੇ ਹੀ ਕੰਮ ਕਰਨਾ ਹੁੰਦਾ, ਸੋ ਉਹਨਾਂ ਲਈ ਵੀ ਪ੍ਰੋਪਰ ਸਿਟਿੰਗ ਦਾ ਅਰੇਂਜਮੈਂਟ ਹੋਣਾ ਚਾਹੀਦਾ ਆ। ਕੇਸ ਚੀਫ ਇੰਸਪੈਕਟਰ ਨੂੰ ਵੀ ਲੱਗੇ ਕਿ ਜਿਹੜੇ ਵਰਕਰਸ ਨੇ ਉਹ ਬੈਠ ਕੇ ਕੰਮ ਕਰ ਸਕਦੇ ਨੇ, ਸੋ ਉਸ ਕੇਸ ਦੇ ਵਿੱਚ ਆਕੂਪਾਇਰ ਨੂੰ ਰਿਕੁਐਸਟ ਕਰ ਸਕਦਾ ਹੈ ਸੀਟਿੰਗ ਅਰੇਂਜਮੈਂਟ ਨੂੰ ਪ੍ਰੋਵਾਈਡ ਕਰਨ ਵਾਸਤੇ। ਦੈਨ ਫਸਟ ਏਡ ਅਪਲਾਇੰਸਿਸ ਸੈਕਸ਼ਨ 45, 150 ਵਰਕਰਸ ਦੇ ਪਿੱਛੇ ਇੱਕ ਜਿਹੜਾ ਫਸਟ ਏਡ ਬਾਕਸ ਹੈ ਉਹ ਐਟਲੀਸਟ ਹੋਣਾ ਚਾਹੀਦਾ ਆ, ਉਹਦੇ ਉੱਤੇ ਪ੍ਰੋਪਰ ਕੰਟੈਂਟਸ ਲਿਖੇ ਹੋਣੇ ਚਾਹੀਦੇ ਆ। ਦੈਨ ਅ ਰਿਸਪੋਂਸੀਬਲ ਪਰਸਨ ਸ਼ੁੱਡ ਬੀ ਇਨ ਚਾਰਜ ਹੋਲਡ ਅ ਸਰਟੀਫਿਕੇਟ ਔਨ ਫਸਟ ਏਡ ਟਰੀਟਮੈਂਟ। ਦੈਨ ਇੱਕ ਜਿੱਥੇ 500 ਤੋਂ ਜ਼ਿਆਦਾ ਵਰਕਰਸ ਕੰਮ ਕਰ ਰਹੇ ਨੇ ਉੱਥੇ ਪ੍ਰੋਪਰ ਮੈਡੀਕਲ ਸਟਾਫ ਅਤੇ ਐਂਬੂਲੈਂਸ ਜਿਹੜੀ ਆ ਪ੍ਰੋਵਾਈਡ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਹੈਗਾ ਕੈਂਟੀਨ ਅੰਡਰ ਸੈਕਸ਼ਨ 46, ਇਹਦੇ ਵਿੱਚ ਹੈਗਾ ਕਿ ਜੇ 250 ਤੋਂ ਜ਼ਿਆਦਾ ਵਰਕਰਸ ਇੰਪਲੋਇਡ ਨੇ ਅਤੇ ਕੈਂਟੀਨਸ ਹੋਣੀਆਂ ਚਾਹੀਦੀਆਂ ਨੇ। ਦੈਨ ਸੈਕਸ਼ਨ 47 ਸ਼ੈਲਟਰਸ, ਰੈਸਟ ਰੂਮ ਅਤੇ ਲੰਚ ਰੂਮਸ, ਇਹ 'ਚ ਹੈਗਾ ਕਿ ਜੇ 150 ਵਰਕਰਸ ਐਟਲੀਸਟ ਕੰਮ ਕਰ ਰਹੇ ਉਹਨਾਂ ਵਾਸਤੇ ਜਿਹੜਾ ਪ੍ਰੋਪਰ ਸ਼ੈਲਟਰਸ, ਰੈਸਟ ਰੂਮ ਅਤੇ ਲੰਚ ਰੂਮ ਹੋਣੇ ਚਾਹੀਦੇ ਆ ਵਿਦ ਡਰਿੰਕਿੰਗ ਵਾਟਰ ਫੈਸਿਲਿਟੀਜ਼। ਸੈਕਸ਼ਨ 48 ਹੈਗਾ ਕ੍ਰੈਚਿਸ, ਜੇ ਵੂਮਨ ਜਿਹੜੀਆਂ ਕੰਮ ਕਰ ਰਹੀਆਂ ਨੇ ਅਗਰ ਉਹਨਾਂ ਦਾ ਨੰਬਰ 30 ਤੋਂ ਜ਼ਿਆਦਾ ਆ ਸੋ ਉਸ ਕੇਸ ਦੇ ਵਿੱਚ ਪ੍ਰੋਪਰ ਜਿਹੜੀਆਂ ਕ੍ਰੈਚਿਸ ਨੇ ਉਹ ਹੋਣੇ ਚਾਹੀਦੇ ਐਂਡ ਦੈਟ ਸ਼ੁੱਡ ਬੀ ਸਫੀਸ਼ੈਂਟਲੀ ਲਾਈਟਡ, ਵੈਂਟੀਲੇਟਡ and to be under the charge of trained women। ਇਸ ਤੋਂ ਬਾਅਦ ਹੈਗਾ ਕਿ ਵੈਲਫੇਅਰ ਵਰਕਰਸ ਦੀ ਵੈਲਫੇਅਰ ਦੇਖਣ ਵਾਸਤੇ ਅਗਰ 500 ਤੋਂ ਜ਼ਿਆਦਾ ਵਰਕਰਸ ਇੰਪਲੋਇਡ ਨੇ ਕਿਸੇ ਫੈਕਟਰੀ ਦੇ ਵਿੱਚ ਤੇ ਵੈਲਫੇਅਰ ਆਫਿਸਰ ਹੋਏਗਾ। ਸਟੇਟ ਗਵਰਨਮੈਂਟ ਜਿਹੜੀ ਹੈ ਉਹ ਵੈਲਫੇਅਰ ਆਫਿਸਰਸ ਲਈ ਡਿਊਟੀਜ਼ ਜੋ ਵੀ ਉਹਨਾਂ ਦੀਆਂ ਹੋਣਗੀਆਂ, ਕੁਆਲੀਫਿਕੇਸ਼ਨਸ, ਕੰਡੀਸ਼ਨਸ ਆਫ ਸਰਵਿਸ ਪ੍ਰੈਸਕ੍ਰਾਈਬ ਕਰੇਗੀ। ਦੈਨ ਉਸ ਤੋਂ ਬਾਅਦ ਪ੍ਰੋਵੀਜ਼ਨ ਹੈਗੀ ਹੈ ਵਰਕਿੰਗ ਆਵਰਸ ਲਈ। ਸੈਕਸ਼ਨ 51 ਦੇ ਵਿੱਚ ਹੈਗਾ ਆ ਕਿ ਵਰਕਿੰਗ ਆਵਰਸ ਜਿਹੜੇ ਆ 48 ਆਵਰਸ, ਇੱਕ ਹਫ਼ਤੇ ਵਿੱਚ 48 ਘੰਟੇ ਤੋਂ ਜ਼ਿਆਦਾ ਵਰਕਿੰਗ ਆਵਰਸ ਨਹੀਂ ਹੋਣੇ ਚਾਹੀਦੇ, ਠੀਕ ਆ। ਜੇ ਔਨ ਐਨ ਐਵਰੇਜ ਆਪਾਂ ਲਾ ਲਈਏ ਕਿ 6 ਦਿਨ ਕੰਮ ਕਰਦੇ ਆ ਅਤੇ ਇੱਕ ਦਿਨ ਦੇ ਵਿੱਚ ਉਹ ਫਿਰ 8 ਘੰਟੇ ਹੀ ਕੰਮ ਕਰਨਗੇ, 8 ਤੋਂ ਜ਼ਿਆਦਾ ਨਹੀਂ। ਦੈਨ ਸੈਕਸ਼ਨ 52 ਦੇ ਵਿੱਚ ਹੈਗਾ ਕਿ ਫਸਟ ਡੇ ਜਿਹੜਾ ਹੈ ਸੰਡੇ ਉਹ ਛੁੱਟੀ ਹੋਣੀ ਚਾਹੀਦੀ ਹੈ, ਵੀਕਲੀ ਹੌਲੀਡੇ ਹੋਣਾ ਚਾਹੀਦਾ ਅਨਲੈਸ ਅਗਰ ਕੋਈ ਵਰਕਰ ਜਿਹੜਾ ਉਹਨੇ ਪਹਿਲੇ 3 ਦਿਨ ਸੰਡੇ ਤੋਂ ਪੂਰੇ ਦਿਨ ਦੀ ਛੁੱਟੀ ਨਹੀਂ ਲਈ ਹੈ। ਅਤੇ ਦੂਸਰੇ ਨੰਬਰ 'ਤੇ
ਛੁੱਟੀ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਇੰਸਪੈਕਟਰ ਨੂੰ ਦਿੱਤਾ ਜਾਏਗਾ ਐਂਡ ਸੇਮ ਵਿਲ ਬੀ ਡਿਸਪਲੇਡ ਇਨ ਦੀ ਫੈਕਟਰੀ। ਉਸ ਤੋਂ ਬਾਅਦ ਸੈਕਸ਼ਨ 53 ਦੇ ਵਿੱਚ ਆਉਂਦੀਆਂ ਕੰਪਨਸੇਟਰੀ ਹੌਲੀਡੇਜ਼। ਸੈਕਸ਼ਨ 54 ਦੇ ਵਿੱਚ ਆਉਂਦਾ ਹੈ ਕਿ ਜਿਹੜੇ ਅਡਲਟਸ ਆ ਉਹ ਇੱਕ ਦਿਨ ਦੇ ਵਿੱਚ 9 ਘੰਟਿਆਂ ਤੋਂ ਜ਼ਿਆਦਾ ਕੰਮ ਨਹੀਂ ਕਰਨਗੇ and with the previous approval of chief inspector it may be exceeded in order to facilitate the change of shifts। then section 55 ਦੇ ਵਿੱਚ ਆਉਂਦਾ ਹੈ ਕਿ intervals for rest ਦੀਆਂ ਕਿੰਨੀਆਂ, ਇਹਦੇ ਵਿੱਚ ਹੈਗਾ ਕਿ 5 ਘੰਟੇ ਤੋਂ ਲਗਾਤਾਰ ਅਗਰ ਕੋਈ 5 ਘੰਟੇ ਕੰਮ ਕਰਦਾ ਤੇ ਉਹਨੂੰ ਅੱਧੇ ਘੰਟੇ ਦੀ ਰੈਸਟ ਇੰਟਰਵਲ ਜਿਹੜੀ ਹੈ ਚਾਹੀਦੀ ਹੀ ਚਾਹੀਦੀ ਹੈ ਰਾਈਟ। ਔਰ ਇੰਸਪੈਕਟਰ ਜਿਹੜਾ ਇਹਨੂੰ 6 ਘੰਟੇ ਤੱਕ ਵਧਾ ਵੀ ਸਕਦਾ ਕਿ 5 ਘੰਟੇ ਤੋਂ ਜਿਹੜਾ ਆਪਾਂ ਕਹਿੰਦੇ ਵੀ ਲਗਾਤਾਰ ਕੰਮ ਕਰੇਗਾ ਉਸ ਤੋਂ ਬਾਅਦ ਅੱਧੇ ਘੰਟੇ ਦੀ ਜਿਹੜੀ ਹੈ ਇੰਟਰਵਲ ਰਹੂਗਾ, ਇੰਸਪੈਕਟਰ ਇਹਨੂੰ 6 ਘੰਟੇ ਤੱਕ ਵਧਾ ਵੀ ਸਕਦਾ ਹੈ। ਦੈਨ ਆਉਂਦਾ ਸਪਰੈਡ ਓਵਰ ਆਉਂਦਾ ਸੈਕਸ਼ਨ 56 ਦੇ ਅੰਡਰ। ਸਪਰੈਡ ਓਵਰ ਦਾ ਮਤਲਬ ਹੁੰਦਾ ਹੈ ਕਿ ਟਾਈਮ ਜਦੋਂ ਉਹਨੇ ਕੰਮ ਸਟਾਰਟ ਕੀਤਾ ਉਸ ਤੋਂ ਬਾਅਦ ਉਹਨੇ ਜਦੋਂ ਫਾਈਨਲੀ ਕੰਮ ਖਤਮ ਕੀਤਾ, ਮੰਨ ਲਓ ਉਹਨੇ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਉਹ ਕੰਮ ਕਰੀ ਗਿਆ। ਸੋ ਇਹਦੇ ਵਿੱਚ ਉਹ ਕਹਿੰਦਾ ਕਿ ਇਨਕਲੂਸਿਵ ਆਫ ਇੰਟਰਵਲਸ ਇੰਟਰਵਲਸ ਵੀ ਜਿੰਨੀਆਂ ਉਹ ਲੈਂਦਾ ਆ ਇਹਦੇ ਵਿੱਚ ਉਹ ਇਹਦੇ ਵਿੱਚ ਇਨਕਲੂਡਡ ਹੁੰਦੀਆਂ ਨੇ ਸਪਰੈਡ ਓਵਰ ਦੇ ਟਾਈਮ ਪੀਰੀਅਡ ਦੇ ਵਿੱਚ, ਠੀਕ ਹੈ। ਅਤੇ ਇਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਦਿਨ ਦਾ ਜਿੰਨਾ ਕੰਮ ਦਾ ਸਾਈਕਲ ਆ, ਠੀਕ ਆ। ਸੋ ਇਹਦੇ ਵਿੱਚ ਕੀ ਹੈ, ਇਹ 10.5 ਘੰਟੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਇੱਕ ਦਿਨ ਦੇ ਵਿੱਚ। ਸੋ ਇੰਸਪੈਕਟਰ ਇਹਨੂੰ 12 ਘੰਟੇ ਤੱਕ ਵਧਾ ਵੀ ਸਕਦਾ। ਸੋ ਔਨ ਐਂਡ ਆਲ ਆਪਾਂ ਕਹਿ ਸਕਦੇ ਹਾਂ ਵੀ ਇੱਕ ਦਿਨ ਦੇ ਵਿੱਚ ਬੰਦਾ ਜਿਹੜਾ ਮੈਕਸੀਮਮ 12 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰੇਗਾ। ਦੈਨ ਉਸ ਤੋਂ ਬਾਅਦ ਆਉਂਦਾ ਸੈਕਸ਼ਨ 57 ਦੇ ਵਿੱਚ ਨਾਈਟ ਸ਼ਿਫਟਸ। ਸੈਕਸ਼ਨ 58 ਦੇ ਵਿੱਚ ਆਉਂਦਾ ਪ੍ਰੋਹਿਬਿਸ਼ਨ ਓਵਰਲੈਪਿੰਗ ਸ਼ਿਫਟਸ ਨਹੀਂ ਹੋਣਗੀਆਂ। ਮਤਲਬ ਇਹਦਾ ਕੀ ਹੁੰਦਾ ਕਿ ਜਿਵੇਂ ਮੰਨ ਲਓ ਇੱਕ 5-6 ਜਣਿਆਂ ਦਾ ਗਰੁੱਪ ਹੈ, ਉਹ ਸ਼ਿਫਟਸ ਲਗਾ ਰਿਹਾ ਇੱਕ ਦਿਨ ਦੇ ਵਿੱਚ, ਠੀਕ ਹੈ, ਜਾਂ 2 ਦਿਨਾਂ ਦੇ ਵਿੱਚ ਉਹਨਾਂ ਨੇ ਸੈੱਟ ਕੀਤਾ ਸ਼ਿਫਟਸ। ਇਹ ਨਹੀਂ ਹੈ ਕਿ ਉਸੇ ਕੰਮ ਲਈ ਇੱਕ ਬਰਾਬਰ ਇੱਕ 5-6 ਜਣਿਆਂ ਦਾ ਗਰੁੱਪ ਜਿਹੜਾ ਹੋਰ ਸ਼ਿਫਟ ਲਗਾ ਰਿਹਾ ਹੈ। ਸੋ ਇੱਦਾਂ ਨਹੀਂ ਹੋਏਗਾ ਰਾਈਟ। ਦੈਨ ਉਸ ਤੋਂ ਬਾਅਦ ਡਬਲ ਸ਼ਿਫਟਿੰਗ ਨਹੀਂ ਹੋਏਗੀ, ਜਿੱਦਾਂ ਆਪਾਂ ਕਹਿ ਦਿੰਦੇ ਹਾਂ, ਡਬਲ ਨਹੀਂ ਕਵਾਂਗੇ ਇਹਨੂੰ, ਪੈਰਲਲ ਸ਼ਿਫਟਿੰਗ ਨਹੀਂ ਹੋਏਗੀ। ਦੈਨ ਉਸ ਤੋਂ ਬਾਅਦ ਹੈਗਾ ਐਕਸਟਰਾ ਵੇਜਿਸ ਫॉर ਓਵਰ ਟਾਈਮ ਸੈਕਸ਼ਨ 59। ਇਹਦੇ ਵਿੱਚ ਹੈਗਾ ਕਿ ਜੇ ਕੋਈ ਪਰਸਨ 9 ਆਵਰਸ ਤੋਂ ਜ਼ਿਆਦਾ ਕੰਮ ਕਰਦਾ ਇੱਕ ਦਿਨ ਦੇ ਵਿੱਚ ਜਾਂ ਇੱਕ ਹਫ਼ਤੇ ਦੇ ਵਿੱਚ ਉਹ 48 ਘੰਟੇ ਤੋਂ ਜ਼ਿਆਦਾ ਕੰਮ ਕਰ ਰਿਹਾ, ਸੋ ਉਸ ਕੇਸਿਸ ਦੇ ਵਿੱਚ ਜਿਹੜੀਆਂ ਉਹਦੀਆਂ ਆਰਡੀਨਰੀ ਰੇਟ ਆਫ ਵੇਜਿਸ ਆ, ਜਿਹੜੀਆਂ ਉਹ ਆਮ ਤੌਰ 'ਤੇ ਲੈਂਦਾ ਆ ਵੇਜਿਸ, ਉਸ ਤੋਂ 2 ਗੁਣਾ ਉਹਨੂੰ ਵੇਜਿਸ ਜਿਹੜੀਆਂ ਓਵਰ ਟਾਈਮ ਵਰਕ ਲਈ ਦਿੱਤੀਆਂ ਜਾਣਗੀਆਂ। ਅਤੇ ਆਰਡੀਨਰੀ ਰੇਟ ਆਫ ਵੇਜਿਸ ਦੇ ਵਿੱਚ ਵੇਜਿਸ ਕਿਹੜੀਆਂ ਆਉਂਦੀਆਂ ਨੇ, ਬੇਸਿਕ ਵੇਜਿਸ ਪਲੱਸ ਸੱਚ ਅਲਾਉੈਂਸਿਸ, ਜੋ ਵੀ ਬੇਸਿਕ ਵੇਜ ਆ ਪਲੱਸ ਜੋ ਵੀ ਉਹਨੂੰ TADA ਉੱਤੇ ਮਿਲਦਾ ਉਹ। ਪਰ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨਹੀਂ ਆਉਣਗੀਆਂ, ਇਟ ਡਜ਼ ਨਾਟ ਇਨਕਲੂਡ ਬੋਨਸ ਐਂਡ ਵੇਜਿਸ ਫॉर ਓਵਰ ਟਾਈਮ ਵਰਕ। ਉਸ ਤੋਂ ਬਾਅਦ ਹੁੰਦਾ ਕਿ ਜੇ ਕੋਈ ਬੰਦਾ ਪੀਸ ਰੇਟਡ ਬੇਸਿਸ ਦੇ ਉੱਤੇ ਕੰਮ ਕਰ ਰਿਹਾ ਅਤੇ ਉਹਦੀਆਂ ਅਰਨਿੰਗਸ ਕਿਵੇਂ ਹੋਣਗੀਆਂ, ਉਹਦੀਆਂ ਅਰਨਿੰਗਸ ਹੋਣਗੀਆਂ ਕਿ ਜਿਵੇਂ ਉਹ ਫੁੱਲ ਟਾਈਮ ਜੋ ਅਰਨ ਕਰੇਗਾ, ਠੀਕ ਹੈ, ਲਾਸਟ ਮੰਥ ਉਹਨੇ ਫੁੱਲ ਟਾਈਮ ਜੋ ਵੀ ਅਰਨ ਕੀਤਾ ਉਦੋਂ ਉਹਨੇ ਫੁੱਲ ਟਾਈਮ ਦੇ ਹਿਸਾਬ ਦੇ ਨਾਲ, ਜੇ ਮੰਨ ਲਓ ਉਹਨੇ 30,000 ਅਰਨ ਕੀਤਾ ਪਿਛਲੇ ਮਹੀਨੇ, ਅਤੇ ਇੱਕ ਦਿਨ ਦੇ ਵਿੱਚ ਉਹਨੇ ਕਿੰਨੀ ਕਮਾਈ ਕੀਤੀ ਹੈ, ਠੀਕ ਹੈ। ਸੋ ਇੱਕ ਦਿਨ ਦੀ ਜਿਹੜੀ ਕਮਾਈ ਹੈ ਸੋ ਐਵਰੇਜ ਲਈ ਜਾਏਗੀ। ਸੋ ਉਸ ਹਿਸਾਬ ਦੇ ਨਾਲ ਉਹਨੂੰ ਪੇਮੈਂਟ ਜਿਹੜੀ ਹੈ ਔਨ ਐਨ ਐਵਰੇਜ ਡੇਲੀ ਐਵਰੇਜ ਬੇਸਿਸ ਦੇ ਉੱਤੇ ਉਸ ਹਿਸਾਬ ਦੇ ਨਾਲ ਪੇਮੈਂਟ ਕੀਤੀ ਜਾਏਗੀ। ਦੈਨ ਉਸ ਤੋਂ ਬਾਅਦ ਹੈਗਾ ਰਿਸਟ੍ਰਿਕਸ਼ਨ ਔਨ ਡਬਲ ਇੰਪਲੋਇਮੈਂਟ, ਕਿ ਕੋਈ ਵੀ ਬੰਦਾ ਜਿਹੜਾ ਇੱਕ ਫੈਕਟਰੀ ਦੇ ਵਿੱਚ ਇੱਕ ਤਰ੍ਹਾਂ ਦਾ ਕੰਮ ਕਰ ਰਿਹਾ ਉਹ ਕਿਸੇ ਹੋਰ ਫੈਕਟਰੀ ਦੇ ਵਿੱਚ ਸੇਮ ਕੰਮ ਜਿਹੜਾ ਨਹੀਂ ਕਰੇਗਾ। ਅਡਲਟ ਵਰਕਰ ਰਾਈਟ, ਅਡਲਟ ਵਰਕਰ ਆਪਾਂ ਪੜ੍ਹਿਆ ਸੀ ਕੌਣ ਹੁੰਦੇ ਆ। ਦੈਨ ਉਸ ਤੋਂ ਬਾਅਦ ਹੈਗਾ ਅਬਵ 18 ਈਅਰਸ, ਹੈ ਨਾ। ਦੈਨ ਸੈਕਸ਼ਨ 61 ਦੇ ਵਿੱਚ ਹੈਗਾ ਨੋਟਿਸ ਆਫ ਪੀਰੀਅਡ ਆਫ ਵਰਕ ਆਫ ਅਡਲਟ ਵਰਕਰਸ, ਕਿ ਜਿੰਨਾ ਵੀ ਕੰਮ ਅਡਲਟ ਵਰਕਰਸ ਨੇ ਕਰਨਾ ਉਹਦਾ ਪ੍ਰੋਪਰ ਨੋਟਿਸ ਜਿਹੜਾ ਆ ਉਹ ਡਿਸਪਲੇ ਕੀਤਾ ਜਾਊਗਾ, ਕਰੈਕਟਲੀ ਮੇਨਟੇਨ ਕੀਤਾ ਜਾਏਗਾ ਐਂਡ ਉਹਦੇ ਵਾਸਤੇ ਇੱਕ ਪ੍ਰੋਪਰ ਸੈਕਸ਼ਨ 62 63 ਦੇ ਅੰਡਰ ਰਜਿਸਟਰ ਜਿਹੜੇ ਆ ਮੇਨਟੇਨ ਕੀਤੇ ਜਾਣਗੇ। ਉਸ ਰਜਿਸਟਰ ਦੇ ਵਿੱਚ ਜਿਹੜਾ ਆ ਪ੍ਰੋਪਰ ਉਹਨਾਂ ਦੀ ਡਿਟੇਲ ਅਡਲਟ ਵਰਕਰਸ ਦੀ ਜਿਹੜੀ ਆ ਮੈਂਸ਼ਨ ਕੀਤੀ ਜਾਊਗੀ, ਉਹਨਾਂ ਦਾ ਨਾਮ, ਨੇਚਰ ਆਫ ਵਰਕ, ਕਿੱਦਾਂ ਦਾ ਕੰਮ ਕਰ ਰਿਹਾ, ਗਰੁੱਪ ਕਿਹੜੇ ਗਰੁੱਪ ਨੂੰ ਬਿਲੋਂਗ ਕਰ ਰਿਹਾ, ਸੋ ਹਰ ਇੱਕ ਵਰਕਰ ਦੀ ਰਾਈਟ। ਇਸ ਤੋਂ ਇਲਾਵਾ ਇਹ ਜਿਹੜਾ ਰਜਿਸਟਰ ਹੈ ਇਹ ਇੰਸਪੈਕਟਰ ਹਰ ਟਾਈਮ ਜਿੰਨੇ ਵੀ ਵਰਕਿੰਗ ਆਵਰਸ ਹੈ ਆਪਣੇ ਕੋਲ ਅਵੇਲੇਬਲ ਰੱਖੂਗਾ। ਦੈਨ ਉਸ ਤੋਂ ਬਾਅਦ ਹੈਗਾ ਪ੍ਰੋਹਿਬਿਸ਼ਨ ਆਫ ਇੰਪਲੋਇਮੈਂਟ ਆਫ ਯੰਗ ਚਿਲਡਰਨ ਅੰਡਰ ਸੈਕਸ਼ਨ 67। ਕੋਈ ਵੀ ਬੱਚਾ ਜਿਹਦੀ 14 ਸਾਲ ਤੋਂ ਨੀਚੇ ਹੈ ਉਮਰ, ਘੱਟ ਹੈ ਉਮਰ, ਠੀਕ ਹੈ, ਉਹ ਕਿਸੇ ਵੀ ਫੈਕਟਰੀ ਦੇ ਵਿੱਚ ਕੰਮ ਨਹੀਂ ਕਰੇਗਾ। ਅਤੇ ਨੋਨ ਅਡਲਟ ਵਰਕਰਸ ਜਿਹੜੇ ਨੇ, ਮਤਲਬ ਨੋਨ ਅਡਲਟ ਵਰਕਰਸ ਜਿਹੜੇ 18 ਸਾਲ ਤੋਂ ਨੀਚੇ, ਉਹਨਾਂ ਨੂੰ ਕੀ ਹੈ, ਉਹਨਾਂ ਨੂੰ ਇੱਕ ਟੋਕਨ ਜਿਹੜਾ ਆ ਉਹ ਕੈਰੀ ਕਰਨਾ ਪਊਗਾ ਜੇ ਮੰਨ ਲਓ ਉਹ ਕੋਈ ਕੰਮ ਕਰਦੇ ਵੀ ਹੈ। ਸੋ ਉਹ ਕੰਮ ਕਰਨ ਲਈ ਉਹਨਾਂ ਕੋਲ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ ਫਿਟਨੈਸ ਦਾ, ਜਿਹੜਾ ਕਿ ਇੱਕ ਟੋਕਨ ਵਾਂਗ ਹੀ ਕੰਮ ਕਰਦਾ ਆ। ਸੋ ਅਡੋਲਸੈਂਟ ਜਿਹੜਾ ਆ, ਅਡੋਲਸੈਂਟ ਕੀ ਹੋ ਗਿਆ, ਨੋਨ ਅਡਲਟ ਵਰਕਰਸ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ। ਉਹ ਫੈਕਟਰੀ ਦੇ ਵਿੱਚ ਉਦੋਂ ਤੱਕ ਕੰਮ ਨਹੀਂ ਕਰਨਗੇ ਜਦ ਤੱਕ ਉਹਨਾਂ ਕੋਲ ਸਭ ਤੋਂ ਪਹਿਲਾਂ ਤਾਂ ਇੱਕ ਸਰਟੀਫਿਕੇਟ ਹੋਣਾ ਚਾਹੀਦਾ ਫਿਟਨੈਸ ਦਾ, ਜਿਹੜਾ ਕਿ ਉਹਨਾਂ ਨੂੰ ਸੈਕਸ਼ਨ 69 ਦੇ ਅੰਡਰ ਦਿੱਤਾ ਜਾਏਗਾ ਇਨ ਦਾ ਕਸਟਡੀ ਆਫ ਮੈਨੇਜਰ ਹੋ। ਅਤੇ ਦੂਸਰੇ ਨੰਬਰ 'ਤੇ ਇਹੋ ਜਿਹਾ ਜਿਹੜਾ ਅਡੋਲਸੈਂਟ ਹੈ ਜਦੋਂ ਕੰਮ ਕਰੇਗਾ ਅਤੇ ਉਹਦੇ ਕੋਲ ਟੋਕਨ ਜਿਹੜਾ ਆ ਹੋਣਾ ਚਾਹੀਦਾ ਆ, ਠੀਕ ਹੈ, ਰੈਫਰੈਂਸ ਟੂ ਸੱਚ ਸਰਟੀਫਿਕੇਟ। ਅਤੇ ਸਰਟੀਫਿਕੇਟ ਆਫ ਫਿਟਨੈਸ ਅੰਡਰ ਸੈਕਸ਼ਨ 69 ਹੁੰਦਾ ਆ।
ਇਟ ਇਜ਼ ਅ ਸਰਟੀਫਿਕੇਟ ਇਸ਼ੂਡ ਬਾय ਸਰਟੀਫਾਈਂਗ ਸਰਜਨ। ਆਪਾਂ ਸਟਾਰਟਿੰਗ 'ਚ ਵੀ ਪੜ੍ਹਿਆ ਸੀਗਾ ਸਰਟੀਫਾਈਂਗ ਸਰਜਨ ਬਾਰੇ ਕਿ ਇੱਕ ਸਟੈਚੂਟਰੀ ਏਜੰਸੀ ਹੈ ਅੰਡਰ ਫੈਕਟਰੀਜ਼ ਐਕਟ। ਸੋ ਉਹ ਇਸ਼ੂ ਕਰੇਗਾ ਉਹਦਾ ਪ੍ਰੋਪਰ ਐਗਜ਼ਾਮੀਨੇਸ਼ਨ ਕਰਕੇ ਕਿ ਉਹ ਫਿੱਟ ਹੈਗਾ ਆ ਕੰਮ ਕਰਨ ਵਾਸਤੇ ਫੈਕਟਰੀ ਦੇ ਵਿੱਚ। ਇਹ ਜਿਹੜਾ ਸਰਟੀਫਿਕੇਟ ਆਫ ਫਿਟਨੈਸ ਹੋਏਗਾ ਇਹ 12 ਮਹੀਨੇ ਤੱਕ ਹੀ ਵੈਲਿਡ ਹੋਏਗਾ। ਦੈਨ ਉਸ ਤੋਂ ਬਾਅਦ ਹੈਗਾ ਰੈਵੋਕੇਸ਼ਨ ਆਫ ਸਰਟੀਫਿਕੇਟ ਬਾय ਸਰਜਨ। ਸਰਜਨ ਜਿਹੜਾ ਆ ਉਹ ਰਿਵੋਕ ਵੀ ਕਰ ਸਕਦਾ ਆ ਜਿਹੜਾ ਉਹਨੇ ਸਰਟੀਫਿਕੇਟ ਦਿੱਤਾ ਇਨ ਕੇਸ ਚਾਈਲਡ ਜਿਹੜਾ ਆ ਉਹ ਫਿੱਟ ਨਹੀਂ ਆ ਕੰਮ ਕਰਨ ਵਾਸਤੇ। ਦੈਨ ਉਸ ਤੋਂ ਬਾਅਦ ਸੈਕਸ਼ਨ 71(2) ਦੇ ਅੰਡਰ ਦਿੱਤਾ ਗਿਆ ਆ ਵਰਕਿੰਗ ਆਵਰਸ ਫॉर ਯੰਗ ਪਰਸਨਸ। ਦੈਨ ਉਸ ਤੋਂ ਬਾਅਦ ਸੈਕਸ਼ਨ 73 ਦੇ ਅੰਡਰ ਦਿੱਤਾ ਗਿਆ ਪਾਵਰ ਟੂ ਰਿਕੁਆਇਰ ਮੈਡੀਕਲ ਐਗਜ਼ਾਮੀਨੇਸ਼ਨ। ਜੇਕਰ ਇੰਸਪੈਕਟਰ ਨੂੰ ਲੱਗਦਾ ਹੈ ਕਿ ਕੋਈ ਜਿਹੜਾ ਯੰਗ ਪਰਸਨਸ ਨੇ ਉਹ ਬਿਨਾਂ ਸਰਟੀਫਿਕੇਟ ਦੇ ਕੰਮ ਕਰ ਰਹੇ ਨੇ ਜਾਂ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੇ ਨੇ, ਸੋ ਉਸ ਕੇਸ ਦੇ ਵਿੱਚ ਉਹਨਾਂ ਨੂੰ ਚਿਲਡਰਨ ਟਰੀਟ ਕੀਤਾ ਜਾਊਗਾ ਜਾਂ ਚਾਈਲਡ ਟਰੀਟ ਕੀਤਾ ਜਾਊਗਾ ਅਤੇ ਉਹਨਾਂ ਨੂੰ ਅਨਫਿਟ ਡਿਕਲੇਅਰ ਕਰ ਦਿੱਤਾ ਜਾਊਗਾ। ਦੈਨ ਉਸ ਤੋਂ ਬਾਅਦ ਵਰਕਿੰਗ ਆਵਰਸ ਆਪਾਂ ਪੜ੍ਹ ਹੀ ਚੁੱਕੇ ਹਾਂ ਕਿ ਇੱਕ ਹਫ਼ਤੇ ਦੇ ਵਿੱਚ 48 ਘੰਟੇ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਅਤੇ ਡੇਲੀ 9 ਘੰਟਿਆਂ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਉਸ ਤੋਂ ਬਾਅਦ ਵੇਜਿਸ ਡਿਊਰਿੰਗ ਲੀਵ ਪੀਰੀਅਡ ਸੈਕਸ਼ਨ 80 ਦੇ ਅੰਡਰ ਹੈ। ਇਹਦੇ ਵਿੱਚ ਉਹਨੂੰ ਫੁੱਲ ਟਾਈਮ ਦੇ ਹਿਸਾਬ ਦੇ ਨਾਲ ਜੋ ਉਹਨੇ ਲੀਵ ਲੈਣ ਤੋਂ ਪਹਿਲਾਂ ਅਰਨ ਕੀਤਾ ਹੈ ਉਸ ਹਿਸਾਬ ਨਾਲ ਜੋ ਐਵਰੇਜ ਪਾਉਂਦਾ ਹੈ ਉਹੀ ਉਹਨੂੰ ਜਿਹੜੀ ਹੈ ਡਿਊਰਿੰਗ ਦਾ ਲੀਵ ਪੀਰੀਅਡ ਵੇਜਿਸ ਮਿਲਣਗੀਆਂ। ਸੈਕਸ਼ਨ 92 ਦੇ ਅੰਡਰ ਆਉਂਦਾ ਜਨਰਲ ਪੈਨਲਟੀ ਫॉर ਔਫੈਂਸਿਸ। ਜੇ ਕੋਈ ਮਤਲਬ ਜਿਹੜੇ ਆਕੂਪਾਇਰ ਆ ਜਾਂ ਮੈਨੇਜਰ ਹੈ ਉਹ ਐਕਟ ਦੀਆਂ ਪ੍ਰੋਵੀਜ਼ਨਸ ਨੂੰ ਕੰਟਰਾਵੀਨ ਕਰਦੇ ਆ ਜਾਂ ਉਲੰਘਣਾ ਕਰਦੇ ਆ, ਉਸ ਕੇਸ ਦੇ ਵਿੱਚ ਅਗਰ ਉਹ ਗਿਲਟੀ ਹੁੰਦੇ ਆ ਤਾਂ ਉਹਨਾਂ ਨੂੰ 2 ਸਾਲ ਤੱਕ ਦੀ ਸਜ਼ਾ, 1 ਲੱਖ ਤੱਕ ਦਾ ਫਾਈਨ ਜਾਂ ਦੋਵੇਂ ਹੀ ਹੋ ਸਕਦੇ ਆ। ਸੈਕਸ਼ਨ 93 ਦੇ ਅੰਡਰ ਹੈਗਾ ਕਿ ਜੇਕਰ ਉਹ ਫਰਦਰ ਇਹਨੂੰ ਕੰਟੀਨਿਊ ਰੱਖਦੇ ਆ ਤੇ ਉਹਨਾਂ ਨੂੰ ਹਰ ਇੱਕ ਦਿਨ ਦਾ 1000 ਰੁਪਇਆ ਜਿਹੜਾ ਫਾਈਨ ਹੈ ਪਏਗਾ ਪੈਨਲਟੀ। ਦੈਨ ਸੈਕਸ਼ਨ 94 ਦੇ ਵਿੱਚ ਹੈਗਾ ਐਨਹਾਂਸਡ ਪੈਨਲਟੀ ਆਫਟਰ ਕਨਵਿਕਸ਼ਨ। ਜੇ ਮੰਨ ਲਓ ਕਨਵਿਕਟ ਉਹ ਪ੍ਰੂਵ ਹੋ ਵੀ ਗਿਆ ਕਨਵਿਕਟ ਹੈ, ਠੀਕ ਹੈ, ਉਹਨੇ ਅਫੈਂਸ ਕੀਤਾ ਹੈ, ਉਸ ਕੇਸ ਦੇ ਵਿੱਚ ਅਗਰ ਉਹ ਫਿਰ ਵੀ ਉਸ ਚੀਜ਼ ਨੂੰ ਦੁਬਾਰਾ ਤੋਂ ਰਿਪੀਟ ਕਰਦਾ ਹੈ ਸੋ ਉਸ ਕੇਸ ਦੇ ਵਿੱਚ ਉਹਨੂੰ 3 ਸਾਲ ਤੱਕ ਦੀ ਸਜ਼ਾ, 10,000 ਤੱਕ ਦਾ ਫਾਈਨ ਜਾਂ ਦੋਵੇਂ ਹੀ ਜਿਹੜੀਆਂ ਚੀਜ਼ਾਂ ਹੁੰਦੀਆਂ ਆ। ਇਨ ਕੇਸ ਉਹ ਸੇਫਟੀ ਰਿਲੇਟਿਡ ਕੋਈ ਪ੍ਰੋਵੀਜ਼ਨ ਦੀ ਉਲੰਘਣਾ ਕਰਦਾ ਆ ਅਤੇ ਉਸ ਕੇਸ ਦੇ ਵਿੱਚ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਹੈ ਜਾਂ ਉਹਨੂੰ ਸੀਰੀਅਸ ਬੋਡੀ ਇੰਜਰੀ ਜਿਹੜੀ ਆ ਹੋ ਜਾਂਦੀ ਹੈ, ਸੋ ਉਸ ਕੇਸ ਦੇ ਵਿੱਚ ਉਹਨੂੰ 35,000 ਤੱਕ ਦਾ ਫਾਈਨ ਜਾਂ 10,000 ਦਾ ਫਾਈਨ ਜਿਹੜਾ ਆ ਹੋਏਗਾ। ਦੈਨ ਉਸ ਤੋਂ ਬਾਅਦ ਹੈਗਾ ਕੋਗਨੀਸੈਂਸ ਆਫ ਅਫੈਂਸਿਸ ਅੰਡਰ ਸੈਕਸ਼ਨ 105। ਇਹਦੇ ਵਿੱਚ ਹੈਗਾ ਕਿ ਕੋਈ ਵੀ ਕੋਰਟ ਜਿਹੜੀ ਹੈ ਉਹ ਕਿਸੇ ਵੀ ਅਫੈਂਸ ਨੂੰ ਆਪਣੇ ਧਿਆਨ 'ਚ ਉਦੋਂ ਤੱਕ ਨਹੀਂ ਲਏਗੀ ਜਦ ਤੱਕ ਇੰਸਪੈਕਟਰ ਦੀ ਪ੍ਰੀਵੀਅਸ ਸੈਂਕਸ਼ਨ ਦੇ ਨਾਲ ਇਨ ਰਾਈਟਿੰਗ ਉਹਦੇ ਤੱਕ ਕੰਪਲੇਂਟ ਜਿਹੜੀ ਹੈ ਉਹ ਨਹੀਂ ਪਹੁੰਚਦੀ। ਅਤੇ ਇਹ ਜਿਹੜੀ ਕੰਪਲੇਂਟ ਹੈ ਜਦੋਂ ਕੋਈ ਵੀ ਅਫੈਂਸ ਇਹੋ ਜਿਹਾ ਕਮਿਟ ਹੋਇਆ ਆ ਜਿਹੜਾ ਇੰਸਪੈਕਟਰ ਦੀ ਨੌਲੇਜ ਦੇ ਵਿੱਚ ਆਇਆ ਆ, ਜਦੋਂ ਉਹਦੀ ਨੌਲੇਜ ਦੇ ਵਿੱਚ ਆਇਆ ਅਤੇ ਵਿਦਿਨ 3 ਮੰਥਸ ਉਹ ਇਹ ਕੰਪਲੇਂਟ ਜਿਹੜੀ ਹੈ ਫਾਈਲ ਕਰੇਗਾ ਅਤੇ 6 ਮੰਥਸ ਦਾ ਪੀਰੀਅਡ ਉਦੋਂ ਹੋਏਗਾ ਜਦੋਂ ਕੰਪਲੇਂਟ ਜਿਹੜੀ ਹੈ 6 ਮੰਥ ਦੇ ਪੀਰੀਅਡ ਤੱਕ ਜਿਹੜੀ ਹੈ ਫਾਈਲ ਹੋਣੀ ਚਾਹੀਦੀ ਹੈ। ਉਹਦੇ ਵਿੱਚ ਇਹ ਹੁੰਦਾ ਕਿ ਜਦੋਂ ਰਿਟਨ ਨੋਟਿਸ ਕੋਈ ਇੰਸਪੈਕਟਰ ਨੇ ਲਿਖ ਕੇ ਦਿੱਤਾ ਵੀ ਇਹ ਚੀਜ਼ ਜਿਹੜੀ ਉਹਨੂੰ ਫੋਲੋ ਕਰੋ ਪਰ ਉਹਨੂੰ ਫੋਲੋ ਨਹੀਂ ਕੀਤਾ ਗਿਆ ਆ, ਸੋ ਉਸ ਕੇਸ ਦੇ ਵਿੱਚ ਟਾਈਮ ਪੀਰੀਅਡ ਜਿਹੜਾ ਕੰਪਲੇਂਟ ਫਾਈਲ ਦਾ ਇਹ 6 ਮਹੀਨੇ ਤੱਕ ਐਕਸਟੈਂਡ ਕੀਤਾ ਜਾ ਸਕਦਾ ਹੈ। ਦੈਨ ਉਸ ਤੋਂ ਬਾਅਦ ਹੈਗਾ ਸੈਕਸ਼ਨ 107 ਜਿਹਦੇ ਥਰੂ ਜਿਹੜੇ ਮੈਨੇਜਰ ਜਾਂ ਆਕੂਪਾਇਰ ਹੈ ਉਹ ਅਪੀਲ ਕਰਨਗੇ ਅਗੇਂਸਟ ਜਿਹੜਾ ਇੰਸਪੈਕਟਰ ਨੇ ਰਿਟਨ ਨੋਟਿਸ ਸਰਵ ਕੀਤਾ ਆ ਉਹਨਾਂ ਦੇ ਉੱਤੇ, ਠੀਕ ਹੈ, ਟੂ ਦਾ ਪ੍ਰਿਸਕ੍ਰਾਈਬਡ ਅਥਾਰਟੀ। ਸੈਕਸ਼ਨ 108 ਦੇ ਅੰਡਰ ਆਏਗਾ ਡਿਸਪਲੇ ਆਫ ਨੋਟਿਸਿਸ ਜਿਹਦੇ ਵਿੱਚ ਜੋ ਵੀ ਪ੍ਰੋਵੀਜ਼ਨਸ ਨੇ ਇੰਪੋਰਟੈਂਟ ਵਨ ਫੈਕਟਰੀਜ਼ ਐਕਟ 1948 ਦੀਆਂ ਉਹ ਮੈਂਸ਼ਨ ਕੀਤੀਆਂ ਜਾਣਗੀਆਂ ਇਨ ਇੰਗਲਿਸ਼ ਐਂਡ ਲੈਂਗੁਏਜ ਅੰਡਰਸਟੂਡ ਬਾਈ ਮੈਜੋਰਿਟੀ ਆਫ ਵਰਕਰਸ। ਜਿੱਦਾਂ ਮੰਨ ਲਓ ਰੀਜਨਲ ਲੈਂਗੁਏਜ ਵੀ ਹੋ ਸਕਦੀ ਹੈ ਜਿਵੇਂ ਪੰਜਾਬ 'ਚ ਅਤੇ ਪੰਜਾਬੀ ਦੇ ਵਿੱਚ ਡਿਸਪਲੇ ਕੀਤਾ ਜਾਏਗਾ ਵਿਦ ਪ੍ਰੋਪਰ ਇਨਫੋਰਮੇਸ਼ਨ ਆਫ ਇੰਸਪੈਕਟਰਸ, ਸਰਟੀਫਾਈਂਗ ਸਰਜਨਸ ਐਟਸੈਟਰਾ, ਰਾਈਟ। ਦੈਨ ਉਸ ਤੋਂ ਬਾਅਦ ਇਹ ਜਿਹੜਾ ਨੋਟਿਸ ਹੈਗਾ ਆ ਇਹ ਕਨਵੀਨੀਅੰਟ ਪਲੇਸਿਸ 'ਤੇ ਫੈਕਟਰੀ ਦੀ ਐਂਟਰੈਂਸ 'ਤੇ ਲਗਾਇਆ ਜਾਏਗਾ। ਦੈਨ ਉਸ ਤੋਂ ਬਾਅਦ ਹੈਗਾ ਰਿਟਰਨਸ ਸੈਕਸ਼ਨ 1110 ਦੇ ਅੰਡਰ state government may make rules requiring owner or occupier or manager of factories to submit returns as may be required. Then ਉਸ ਤੋਂ ਬਾਅਦ ਆਉਂਦਾ ਪਾਵਰ ਟੂ ਮੇਕ ਰੂਲਸ ਐਂਡ ਗਿਵ ਡਾਇਰੈਕਸ਼ਨਸ। ਇਹ ਆਉਂਦਾ ਸੈਕਸ਼ਨ 112, 13 ਅਤੇ 15 ਦੇ ਵਿੱਚ। ਸੈਕਸ਼ਨ 112 ਦੇ ਵਿੱਚ ਕੀ ਹੈ ਕਿ ਅਗਰ ਸਟੇਟ ਗਵਰਨਮੈਂਟ ਨੂੰ ਲੱਗੇ ਕਿ ਅੰਡਰ ਦਾ ਪ੍ਰੋਵੀਜ਼ਨਸ ਆਫ ਦਿਸ ਐਕਟ ਕੁਛ ਇੰਪੋਰਟੈਂਟ ਅਰਜੈਂਟ ਰੂਲਸ ਜਿਹੜੇ ਆ ਬਣਾਉਣ ਦੀ ਜ਼ਰੂਰਤ ਹੈ ਅਤੇ ਉਹ ਇਹਨਾਂ ਨੂੰ ਇੰਪਲੀਮੈਂਟ ਕਰੇਗੀ, ਜਿਵੇਂ ਪੰਜਾਬ ਗਵਰਨਮੈਂਟ ਨੇ ਵੀ ਕੀਤਾ ਜਦੋਂ ਆਪਾਂ ਆਪਣੀ ਇੰਡਸਟਰੀ ਪੋਲਿਸੀ ਕਰਾਂਗੇ ਅਤੇ ਉਹਦੇ ਵਿੱਚ ਫੈਕਟਰੀਜ਼ ਐਕਟ ਦੇ ਅੰਡਰ ਵੀ ਪੰਜਾਬ ਗਵਰਨਮੈਂਟ ਨੇ ਕੁਛ ਚੀਜ਼ਾਂ ਜਿਹੜੀਆਂ ਇੰਪਲੀਮੈਂਟ ਕੀਤੀਆਂ ਉਹ ਦੇਖਾਂਗੇ ਆਪਾਂ। ਦੈਨ ਸੈਕਸ਼ਨ 113 ਦੇ ਵਿੱਚ ਹੈ ਕਿ ਸੈਂਟਰਲ ਗਵਰਨਮੈਂਟ ਜਿਹੜੀ ਉਹਨੇ ਸਟੇਟ ਗਵਰਨਮੈਂਟ ਨੂੰ ਡਾਇਰੈਕਸ਼ਨਸ ਦੇਣੀਆਂ ਕਿ ਇਹ ਰੂਲਸ ਜਿਹੜੇ ਆ ਉਹਨਾਂ ਨੂੰ ਇੰਪਲੀਮੈਂਟ ਕਰੇ ਅੰਡਰ ਦਾ ਪ੍ਰੋਵੀਜ਼ਨਸ ਆਫ ਦਿਸ ਐਕਟ। ਅਤੇ ਦੈਨ ਸੈਕਸ਼ਨ 115 ਦੇ ਵਿੱਚ ਉਹ ਜੋ ਵੀ ਰੂਲਸ ਨੇ ਉਹਨਾਂ ਦੀ ਪਬਲੀਕੇਸ਼ਨ ਹੋਏਗੀ ਓਫੀਸ਼ੀਅਲ ਗਜ਼ਟ ਦੇ ਵਿੱਚ, ਰਾਈਟ।
ਦੈਨ ਉਸ ਤੋਂ ਬਾਅਦ ਆਉਂਦਾ ਸੈਕਸ਼ਨ 118A ਜਿਹਦੇ ਵਿੱਚ ਹੈਗਾ ਰਿਸਟ੍ਰਿਕਸ਼ਨ ਔਨ ਡਿਸਕਲੋਜ਼ਰ ਆਫ ਇਨਫੋਰਮੇਸ਼ਨ। ਇਹਦੇ ਵਿੱਚ ਜਦੋਂ ਮੰਨ ਲਓ ਕੋਈ ਜਿਹੜਾ ਪ੍ਰੋਵੀਜ਼ਨ ਹੈ ਦੀ ਜਿਹੜੀ ਹੈ ਉਲੰਘਣਾ ਹੋ ਰਹੀ ਹੈ ਫੈਕਟਰੀਜ਼ ਐਕਟ ਦੇ, ਅਤੇ ਕਿਸੇ ਬੰਦੇ ਨੇ ਜਾ ਕੇ ਇੰਸਪੈਕਟਰ ਨੂੰ ਕੰਪਲੇਂਟ ਕਰਦੀ ਹੈ, ਅਤੇ ਇੰਸਪੈਕਟਰ ਉਹਨੂੰ ਡਿਸਕਲੋਜ਼ ਨਹੀਂ ਕਰੇਗਾ, ਉਸ ਇਨਫੋਰਮੇਸ਼ਨ ਨੂੰ ਬਾਹਰ ਰਿਵੀਲ ਨਹੀਂ ਕਰੂਗਾ, ਔਰ ਨਾ ਹੀ ਉਹ ਮੈਨੇਜਰ ਨੂੰ ਜਾਂ ਫੈਕਟਰੀ ਦੇ ਆਕੂਪਾਇਰ ਨੂੰ ਉਸ ਕੰਪਲੇਂਟ ਦੇ ਬਾਰੇ ਦੱਸੇਗਾ। ਠੀਕ ਹੈ, ਉਹ ਆਪਣੇ ਬਿਹਾਫ 'ਤੇ ਹੀ ਉਹਨੂੰ ਜਿਹੜਾ ਆ ਕਰੇਗਾ ਇੰਸਪੈਕਟ। ਸੋ ਬਿੱਲ ਆਇਆ ਸੀਗਾ ਫੈਕਟਰੀਜ਼ ਬਿੱਲ 2016। ਇਹਦੇ ਵਿੱਚ ਇਹਨਾਂ ਨੇ ਮੋਡੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਆਪਾਂ ਨੂੰ ਇੱਕ ਬੇਸਿਕ ਚੀਜ਼ 'ਤੇ ਪਤਾ ਲੱਗ ਗਈ ਵੀ ਫੈਕਟਰੀਜ਼ ਐਕਟ ਦੇ ਵਿੱਚ ਆਪਾਂ ਸੇਫਟੀ, ਹੈਲਥ ਅਤੇ ਵੈਲਫੇਅਰ ਦੇਖਦੇ ਹਾਂ ਵਰਕਰਸ ਦੀ, ਰਾਈਟ। ਸੋ ਇਹ ਬਿੱਲ ਨੇ ਜਿਹੜਾ ਅਮੈਂਡ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਓਵਰ ਟਾਈਮ ਆਵਰਸ ਆਫ ਵਰਕ ਹੈ ਉਹਦੇ ਰਿਲੇਟਿਡ ਪ੍ਰੋਵੀਜ਼ਨਸ ਨੂੰ। ਨਾਲ ਹੀ ਨਾਲ ਇਹ ਬਿੱਲ ਜਿਹੜਾ ਪਾਵਰ ਪ੍ਰੋਵਾਈਡ ਕਰਦਾ ਸਟੇਟ ਗਵਰਨਮੈਂਟ ਨੂੰ ਅਤੇ ਸੈਂਟਰਲ ਗਵਰਨਮੈਂਟ ਨੂੰ ਵੀ ਕਿ ਉਹ ਪ੍ਰੋਵੀਜ਼ਨਸ ਬਣਾ ਸਕਦੇ ਆ ਵਿਦ ਰਿਸਪੈਕਟ ਟੂ ਡਬਲ ਇੰਪਲੋਇਮੈਂਟ। ਠੀਕ ਹੈ, ਅਤੇ ਅਡਲਟ ਵਰਕਰਸ ਦੀ ਜਿਹੜੀ ਡਿਟੇਲ ਹੈ ਉਹਨੂੰ ਫੈਕਟਰੀ ਦੇ ਰਜਿਸਟਰ ਦੇ ਵਿੱਚ ਇਨਕਲੂਡ ਕਰਨ ਸੰਬੰਧੀ, ਅਤੇ ਨਾਲ ਹੀ ਨਾਲ ਕੰਡੀਸ਼ਨਸ ਰਿਲੇਟਿਡ ਟੂ ਐਗਜ਼ੰਪਸ਼ਨਸ ਟੂ ਸਰਟਨ ਵਰਕਰਸ। ਸੋ ਕੰਡੀਸ਼ਨਸ ਰਿਲੇਟਿਡ ਟੂ ਐਗਜ਼ੰਪਸ਼ਨਸ ਟੂ ਸਰਟਨ ਵਰਕਰਸ ਉਹਦੇ ਵਿੱਚ ਕੀ ਆਊਗਾ? ਐਗਜ਼ੰਪਸ਼ਨਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਆ ਵੀ ਜਿਹੜੇ ਮਤਲਬ ਇੰਸਪੈਕਟਰਸ ਨੇ ਜਾਂ ਜੋ ਵੀ ਮੈਨੇਜਮੈਂਟ ਪੋਜੀਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਕੌਨਫੀਡੈਂਸ਼ੀਅਲ ਪੋਜੀਸ਼ਨਸ ਨੇ ਉਹਨਾਂ ਨੂੰ ਕੌਣ ਹੋਲਡ ਕਰੂਗਾ। ਠੀਕ ਆ, ਉਹ ਸਟੇਟ ਗਵਰਨਮੈਂਟ ਜਿਹੜੀ ਉਹਦੇ ਵਿਦ ਰਿਸਪੈਕਟ ਟੂ ਰੂਲਸ ਬਣਾ ਸਕਦੀ ਆ, ਅਤੇ ਦੂਸਰੇ ਨੰਬਰ 'ਤੇ ਉਹ ਅਡਲਟ ਵਰਕਰਸ ਨੂੰ ਕੁਛ ਕੈਟੇਗਰੀਜ਼ ਦੇ ਵਿੱਚ ਐਗਜ਼ੈਂਪਟ ਕਰ ਸਕਦੀ ਆ, ਜਿਵੇਂ ਕਿ ਫਿਕਸਡ ਵਰਕਿੰਗ ਕੰਡੀਸ਼ਨਸ ਹੋ ਗਏ, ਪੀਰੀਅਡ ਆਫ ਰੈਸਟ ਹੋ ਗਏ। ਸੋ ਇਹਦੇ ਵਿਦ ਰਿਸਪੈਕਟ ਟੂ ਸਟੇਟ ਗਵਰਨਮੈਂਟ ਅਤੇ ਸੈਂਟਰਲ ਗਵਰਨਮੈਂਟ ਦੋਵੇਂ ਹੀ ਰੂਲਸ ਬਣਾ ਸਕਦੀ ਆ। ਸੋ ਅੰਡਰ ਦੀ ਐਕਟ ਇਹ ਰੂਲਸ ਜਿਹੜੇ ਆ 5 ਸਾਲ ਤੋਂ ਵੱਧ ਨਹੀਂ ਹੋਣਗੇ ਅਪਲਾਈ, ਪਰ ਬਿੱਲ ਨੇ ਜਿਹੜਾ ਇਸ ਪ੍ਰੋਵੀਜ਼ਨ ਨੂੰ ਮੋਡੀਫਾਈ ਕਰਕੇ ਕਹਿ ਦਿੱਤਾ ਹੈ ਵੀ ਰੂਲਸ ਜਿਹੜੇ ਆ ਇਸ ਬਿੱਲ ਦੀ ਇਨੈਕਟਮੈਂਟ ਤੋਂ ਬਾਅਦ ਇਹ 5 ਸਾਲ ਵਾਲੀ ਜਿਹੜੀ ਲਿਮਿਟ ਹੈ ਉਹਨੂੰ ਖਤਮ ਕਰ ਦਿੱਤਾ ਜਾਊਗਾ। ਹੁਣ ਇਹਦੇ ਵਿੱਚ ਓਵਰ ਟਾਈਮ ਵਰਕ ਦੀ ਆਪਾਂ ਗੱਲ ਕੀਤੀ ਵੀ ਇਹਦੇ ਰਿਗਾਰਡ ਅਮੈਂਡਮੈਂਟ ਕੀਤੀ ਹੈ। ਸੋ ਇਹਦੇ ਵਿੱਚ ਕੀ ਕੀਤੀ ਹੈ ਕਿ ਓਵਰ ਟਾਈਮ ਆਵਰਸ ਆਫ ਵਰਕ ਇਨ ਅ ਕੁਆਟਰ, ਕਿ ਇੱਕ ਕੁਆਟਰ ਦੇ ਵਿੱਚ ਓਵਰ ਟਾਈਮ ਆਵਰਸ ਉਹਨਾਂ ਨੂੰ ਡਿਫਾਈਨ ਕੀਤਾ ਗਿਆ ਵੀ ਕਿੰਨੇ ਘੰਟੇ ਕੰਮ ਕਰਨਾ ਹੈ ਓਵਰ ਟਾਈਮ। ਸੋ ਕੁਆਟਰ ਕੀ ਹੈ? ਕੁਆਟਰ ਇੱਕ ਸਾਲ ਦੇ ਵਿੱਚ 4 ਹੁੰਦੇ ਆ, 3-3 ਮਹੀਨੇ ਦਾ ਪੀਰੀਅਡ ਹੁੰਦਾ। ਜਿੱਦਾਂ ਆਪਾਂ ਜਨਵਰੀ ਤੋਂ ਲੈ ਕੇ ਆਪਾਂ ਫੈਕਟਰੀਜ਼ ਐਕਟ ਦੀ ਗੱਲ ਕਰੀਏ ਤਾਂ ਜਨਵਰੀ ਤੋਂ ਲੈ ਕੇ ਮਾਰਚ 31 ਤੱਕ ਦਾ ਇੱਕ ਕੁਆਟਰ, ਫਿਰ ਇੱਕ ਅਪ੍ਰੈਲ ਤੋਂ ਲੈ ਕੇ ਅਤੇ ਜੂਨ 30 ਤੱਕ ਦਾ ਦੂਸਰਾ ਕੁਆਟਰ, 1 ਜੁਲਾਈ ਤੋਂ ਲੈ ਕੇ ਅਤੇ 30 ਸਤੰਬਰ ਤੱਕ ਦਾ ਤੀਸਰਾ ਕੁਆਟਰ, ਅਤੇ ਉਸ ਤੋਂ ਬਾਅਦ ਲਾਸਟ ਹੈਗਾ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਦਾ ਚੌਥਾ ਕੁਆਟਰ। ਸੋ ਇਹਦਾ ਜਿਹੜਾ ਮਤਲਬ ਇਹਦੇ ਵਿੱਚ ਸਟੇਟ ਗਵਰਨਮੈਂਟ ਜਿਹੜੀ ਹੈ ਰੂਲ ਬਣਾ ਸਕਦੀ ਹੈ ਵਿਦ ਰਿਗਾਰਡ ਟੂ ਰੈਗੂਲੇਸ਼ਨ ਆਫ ਓਵਰ ਟਾਈਮ ਆਵਰਸ ਆਫ ਵਰਕ, ਜਿਹਦੇ ਵਿੱਚ ਟੋਟਲ ਨੰਬਰ ਆਫ ਆਵਰਸ ਜਿਹੜੇ ਆ ਓਵਰ ਟਾਈਮ ਦੇ ਉਹ 50 ਘੰਟੇ ਇੱਕ ਕੁਆਟਰ ਦੇ ਵਿੱਚ 50 ਘੰਟੇ ਤੋਂ ਐਕਸੀਡ ਨਹੀਂ ਕਰਨੇ ਚਾਹੀਦੇ। ਠੀਕ ਹੈ, ਸੋ ਇਹ ਬਿੱਲ ਨੇ, ਇਹ ਪਹਿਲਾਂ ਸੀਗਾ, ਬਿੱਲ ਨੇ ਇਸ ਲਿਮਿਟ ਨੂੰ ਵਧਾਤਾ 100 ਘੰਟੇ ਤੱਕ, ਅਤੇ ਰੂਲਸ ਜਿਹੜੇ ਆ ਉਹ ਸਟੇਟ ਗਵਰਨਮੈਂਟ ਦੇ ਨਾਲ ਨਾਲ ਸੈਂਟਰਲ ਗਵਰਨਮੈਂਟ ਵੀ ਪ੍ਰਿਸਕ੍ਰਾਈਬ ਕਰ ਸਕਦੀ ਆ। ਦੈਨ ਉਸ ਤੋਂ ਬਾਅਦ ਹੈਗਾ ਓਵਰ ਟਾਈਮ ਇਨ ਪਬਲਿਕ ਇੰਟਰਸਟ। ਪਹਿਲਾਂ ਪਬਲਿਕ ਇੰਟਰਸਟ ਦੇ ਵਿੱਚ ਜਿਹੜਾ ਓਵਰ ਟਾਈਮ ਆਪਾਂ ਕਰਦੇ ਹਾਂ ਉਹਦੇ ਲਈ 115 ਘੰਟੇ ਦੀ ਲਿਮਿਟ ਸੀਗੀ, ਜਿਹਨੂੰ ਇਨਕਰੀਜ਼ ਕਰ ਦਿੱਤਾ ਹੈ 125 ਆਵਰਸ। ਇਹ ਕਿਉਂ ਕੀਤਾ ਗਿਆ ਆ? ਬਿਕੋਜ਼ ਆਫ ਐਕਸੈਸਿਵ ਵਰਕਲੋਡ ਇਨ ਦਾ ਫੈਕਟਰੀ, ਔਰ ਦੂਸਰੇ ਨੰਬਰ 'ਤੇ ਪਬਲਿਕ ਇੰਟਰਸਟ, ਮਤਲਬ ਜਿਹੜੀਆਂ ਚੀਜ਼ਾਂ ਪਬਲਿਕ ਇੰਟਰਸਟ ਲਈ ਜ਼ਰੂਰੀ ਹੈ, ਜਿੱਦਾਂ ਮੰਨ ਲਓ ਰੋਡਸ ਦੀ ਕੰਸਟਰਕਸ਼ਨ ਵਗੈਰਾ ਹੋ ਗਈ। ਠੀਕ ਹੈ, ਕੁਛ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਅਵੋਇਡ ਨਹੀਂ ਕਰ ਸਕਦੇ, ਜਿਹੜਾ ਸਾਨੂੰ ਕਰਨਾ ਹੈ ਕੰਮ ਵਿਦ ਇਨ ਸਟਿਪੂਲੇਟਿਡ ਟਾਈਮ, ਉਹਦੇ ਲਈ 125 ਘੰਟੇ ਦੀ ਜਿਹੜੀ ਲਿਮਿਟ ਹੈ 115 ਦੀ ਲਿਮਿਟ ਨੂੰ ਵਧਾ ਕੇ 125 ਘੰਟੇ ਜਿਹੜਾ ਹੈ ਕਰ ਦਿੱਤਾ ਗਿਆ ਆ। ਸੋ ਦੈਟ ਵਾਜ਼ ਆਲ ਅਬਾਊਟ ਫੈਕਟਰੀਜ਼ ਐਕਟ। ਥੈਂਕ ਯੂ।